नानक पातशाह की उच्चारण की हुई आसा राग के अंदर जो बाणी पट्टी लिखी, इसकी लड़ीवार विचार पिछले कुछ दिनों तो असी कर रहे हैं। ਉਹਦੇ ਅੱਜ ਅਖੀਰਲੇ ਬੰਦ ਦੀ ਜਿਹੜੀ ਹੈ ਵਿਚਾਰ ਉਹ ਅਸੀਂ ਅੱਜ ਕਰਾਂਗੇ। ਪਿਛਲੀ ਕਲਾਸ ਦੇ ਵਿੱਚ 31 ਨੰਬਰ ਪੌੜੀ ਤੱਕ ਵਿਚਾਰ ਸਾਂਝੀ ਹੋਈ ਸੀ। तो 31 ਨੰਬਰ ਤੋਂ ਹੀ ਸ਼ੁਰੂ ਕਰਕੇ ਤੇ ਕੁੱਲ ਇਸ ਬਾਣੀ ਦੀਆਂ 35 ਪੌੜੀਆਂ ਹਨ। तो 31 ਤੋਂ 35 ਜਿਹੜੀ ਹੈ ਵਿਚਾਰ ਅੱਜ ਕਰਾਂਗੇ। ਆਓ ਪਹਿਲਾਂ 31 ਨੰਬਰ ਪੌੜੀ ਜਿਹੜੀ ਹੈ ਉਸ ਦਾ ਪਾਠ ਕਰ ਲਈਏ। ਲੱਲੇ लाए धंधा जिन छोड़ी, मीठा माया मोह किया, खाना पीना सम कर सहना, भाणै ताकै हुक्म पया। ਇਹਦੇ ਅਰਥ ਪਿਛਲੀ ਵਾਰ ਵੀ ਕਰ ਲਏ ਸੀ, ਸੰਖੇਪ ਵਿੱਚ ਦੁਹਰਾ ਲੈਂਦੇ ਹਾਂ। ਲੱਲੇ ਅੱਖਰ ਦੇ ਨਾਲ ਰੈਫਰੈਂਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਨੇ ਲਾਏ ਧੰਦਾ ਜਿਨ ਛੋਡੀ, ਜਿਨ ਜਿਸ ਨੇ, ਉਹ ਰੈਫਰੈਂਸ ਪਰਮਾਤਮਾ ਵਾਸਤੇ ਹੈ ਕਿ ਜਿਸ ਪ੍ਰਭੂ ਪਰਮਾਤਮਾ ਨੇ ਲਾਏ ਧੰਦਾ ਛੋਡੀ, ਇਹ ਸ੍ਰਿਸ਼ਟੀ ਦੇ ਵਾਸਤੇ ਆਇਆ ਹੈ ਕਿ ਸ੍ਰਿਸ਼ਟੀ ਨੂੰ ਧੰਦੇ ਵਿੱਚ ਲਗਾ ਛੱਡਿਆ। ਜਿਵੇਂ ਹੋਰ ਵੀ ਕਈ ਪੌੜੀਆਂ 'ਚ ਛੋਡੀ ਲਫ਼ਜ਼ ਇਸੇ ਸੈਂਸ ਵਿੱਚ ਵਰਤਿਆ ਗਿਆ ਹੈ ਕਿ ਬਈ ਧੰਦੇ ਲਾਏ ਧੰਦਾ ਛੋਡੀ ਜਾਂ ਕਰ ਛੋਡੀ, ਇਸ ਤਰੀਕੇ ਦੇ ਨਾਲ ਜਿਹਦਾ ਭਾਵ ਇਹ ਹੁੰਦਾ ਹੈ ਕਿ ਵੀ ਇਹ ਕੰਮ ਪਰਮਾਤਮਾ ਨੇ ਕਰ ਦਿੱਤਾ। ਉਹ ਇੱਥੇ ਵੀ ਇਹੀ ਮਤਲਬ ਹੈ ਕਿ ਪਰਮਾਤਮਾ ਨੇ ਆਪਣੀ ਰਚੀ ਹੋਈ ਸ੍ਰਿਸ਼ਟੀ ਨੂੰ ਮਾਇਆ ਦੇ ਧੰਦਿਆਂ ਵਿੱਚ ਲਾ ਛੱਡਿਆ ਹੈ, ਲਾ ਦਿੱਤਾ ਹੈ। ਉਹ ਕਹਿਣ ਤੋਂ ਭਾਵ ਕੀ ਹੈ ਕਿ ਸ੍ਰਿਸ਼ਟੀ ਦੀ ਰਚਨਾ ਵੀ ਪਰਮਾਤਮਾ ਨੇ ਕੀਤੀ, ਮਾਇਆ ਦਾ ਪਸਾਰਾ ਵੀ ਪਰਮਾਤਮਾ ਨੇ ਹੀ ਫੈਲਾਇਆ ਤੇ ਜੀਵਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਹਾਵੀ ਹੋ ਗਿਆ। ਉਹ ਸਭ ਜੀਵ ਜਿਹੜੇ ਹਨ ਉਹ ਮਾਇਆ ਦੇ ਧੰਦਿਆਂ ਦੇ ਵਿੱਚ ਹੀ ਖਚਤ ਹੋਏ। ਇਹ ਪਰਮਾਤਮਾ ਦੀ ਹੀ ਖੇਡ ਦਾ ਇੱਕ ਹਿੱਸਾ ਹੈ। ਉਸ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਇਹ ਮਾਇਆ ਜੀਵਾਂ ਨੂੰ ਮਿੱਠੀ ਲੱਗਣ ਲੱਗ ਪਈ ਤੇ ਉਹਨਾਂ ਦਾ ਮੋਹ ਮਾਇਆ ਦੇ ਨਾਲ ਪੈ ਜਾਂਦਾ ਹੈ। ਉਹ ਪਹਿਲੀ ਪੰਕਤੀ 'ਚ ਇਹ ਗੱਲ ਗੁਰੂ ਸਾਹਿਬ ਨੇ ਸਮਝਾਈ ਹੈ ਕਿ ਪਰਮਾਤਮਾ ਨੇ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਧੰਦੇ ਵਿੱਚ ਲਾ ਛੱਡਿਆ ਹੈ ਅਤੇ ਮਾਇਆ ਦਾ ਮੋਹ ਜੀਵਾਂ ਦੇ ਵਾਸਤੇ ਮਿੱਠਾ ਕਰਕੇ ਉਹਨਾਂ ਨੂੰ ਬਣਾ ਦਿੱਤਾ ਹੈ, ਉਹਨਾਂ ਦੇ ਵਾਸਤੇ ਮਿੱਠਾ ਬਣਾ ਦਿੱਤਾ ਹੈ। ਉਹ ਜੀਵਾਂ ਨੂੰ ਮਾਇਆ ਚੰਗੀ ਲੱਗਦੀ ਹੈ, ਮਾਇਆ ਦੇ ਪਦਾਰਥ ਮਿੱਠੇ ਲੱਗਦੇ ਹਨ, ਮਾਇਆ ਦੇ ਰਸਕਸ ਪਿਆਰੇ ਲੱਗਦੇ ਹਨ, ਚੰਗੇ ਲੱਗਦੇ ਹਨ। तो ਇਸ ਲਈ ਜੀਵ ਜਿਹੜੇ ਹਨ ਉਹ ਮਾਇਆ ਦੇ ਧੰਦਿਆਂ ਦੇ ਵਿੱਚ ਹੀ ਖਚਤ ਰਹਿੰਦੇ ਹਨ। ਪਰ ਇਸ ਜੰਜਾਲ ਦੇ ਵਿੱਚੋਂ, ਇਸ ਬੰਧਨ ਦੇ ਵਿੱਚੋਂ ਕੁਝ ਲੋਕ ਉੱਭਰ ਵੀ ਜਾਂਦੇ ਹਨ, ਉੱਚੇ ਵੀ ਉੱਠ ਜਾਂਦੇ ਹਨ। ਪਰ ਉਹ ਕਿਸ ਤਰ੍ਹਾਂ ਹੁੰਦੇ ਹਨ? ਜਿਹੜੇ ਉਸਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਜੀਣਾ ਸਿੱਖ ਲੈਂਦੇ ਹਨ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈਂਦੇ ਹਨ। ਇਹ ਸਿੱਖਿਆ ਮਿਲਦੀ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਸਿੱਖਿਆ ਦੀ ਕਮਾਈ ਕਰਕੇ। ਉਹਦੇ ਅਨੁਸਾਰ ਹੀ ਉਹਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਜੀਵ ਖਾਣਾ ਪੀਣਾ ਸਮ ਕਰ ਸਹਿਣਾ, ਭਾਣੇ ਤਾਕੈ ਹੁਕਮ ਪਿਆ। ਖਾਣਾ ਪੀਣਾ ਤੋਂ ਬਾਅਦ ਭਾਵ ਹੈ ਕਿ ਜੋ ਪਰਮਾਤਮਾ ਵੱਲੋਂ ਦਾਤਾਂ ਮਿਲਦੀਆਂ ਹਨ, ਬਖਸ਼ਿਸ਼ਾਂ ਮਿਲਦੀਆਂ ਹਨ, ਭਾਵ ਸੁੱਖ ਆਰਾਮ ਦੇ ਸਾਧਨ ਮਿਲਦੇ ਹਨ, ਉਹਨਾਂ ਨੂੰ ਵੀ, ਅਤੇ ਜੇ ਕੋਈ ਦੁੱਖ ਵੀ ਮਿਲਦੇ ਹਨ ਉਹਨਾਂ ਨੂੰ ਸਮ ਕਰਕੇ ਸਹਿਣਾ। ਸਮ ਵਾਲੇ ਬਰਾਬਰ, ਸਮ ਕਰਕੇ ਸਹਿਣਾ, ਬਰਾਬਰ ਕਰਕੇ ਸਹਿਣਾ। ਤਾਂ ਭਾਵੇਂ ਜ਼ਿੰਦਗੀ ਵਿੱਚ ਖੁਸ਼ੀ ਆਵੇ, ਭਾਵੇਂ ਗਮੀ ਆਵੇ, ਸੁੱਖ ਆਵੇ, ਦੁੱਖ ਆਵੇ, ਦੋਨੋਂ ਅਵਸਥਾ ਦੇ ਵਿੱਚ ਬਰਾਬਰ ਹੀ ਰਹਿਣਾ। ਇਸਦਾ ਬੜਾ ਸੋਹਣਾ ਵਿਖਿਆਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਸ਼ਬਦ ਵਿੱਚ ਕੀਤਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਇਹ ਅਵਸਥਾ ਜਿਹੜੀ ਹੈ ਉਹਦਾ ਹੀ ਜ਼ਿਕਰ ਇਸ ਪੰਕਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਵੀ ਕਰ ਰਹੇ ਹਨ ਕਿ ਖਾਣਾ ਪੀਣਾ ਸਮ ਕਰ ਸਹਿਣਾ। ਜੋ ਸਹਾਰਨੇ ਪੈਂਦੇ ਹਨ, ਜੋ ਪਰਮਾਤਮਾ ਵੱਲੋਂ
ਐਸੇ ਹੁਕਮ ਵਰਤਦੇ ਹਨ ਜਿਹੜੇ ਇਨਸਾਨ ਦੀ ਮਨ ਦੀ ਮਰਜ਼ੀ ਦੇ ਅਨੁਕੂਲ ਨਹੀਂ ਹੁੰਦੇ, ਕਿਉਂਕਿ ਜਗਤ ਦੇ ਵਿੱਚ ਵਰਤਦਾ ਉਹੀ ਕੁਝ ਹੈ, ਹੁੰਦਾ ਉਹੀ ਕੁਝ ਹੈ ਜੋ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਹੁੰਦਾ ਹੈ। ਜੇ ਇਨਸਾਨ ਆਪਣੀ ਮਰਜ਼ੀ ਨੂੰ ਪ੍ਰਮਾਤਮਾ ਦੀ ਮਰਜ਼ੀ ਦੇ ਅਨੁਕੂਲ ਕਰ ਲੈਣ ਤਾਂ ਉਹ ਖੁਸ਼ ਰਹਿੰਦੇ ਹਨ, ਤੇ ਜਿਹੜੇ ਨਹੀਂ ਕਰ ਸਕਦੇ ਉਹ ਫਿਰ ਦੁਖੀ ਹੁੰਦੇ ਹਨ। ਪਰ ਗੁਰੂ ਦੀ ਸਿੱਖਿਆ ਤੇ ਪ੍ਰਮਾਤਮਾ ਦੇ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਜੋ ਕੰਮ ਹੈ, ਉਹਦੇ ਵਿੱਚ ਰਹਿੰਦਿਆਂ ਹੋਇਆਂ ਇਹੀ ਫੱਬਦਾ ਹੈ ਇਨਸਾਨ ਨੂੰ ਕਿ ਚਾਹੇ ਸੁੱਖ ਮਿਲੇ ਚਾਹੇ ਦੁੱਖ ਮਿਲੇ, ਚਾਹੇ ਕੋਈ ਘਟਨਾ ਸਾਡੀ ਮਰਜ਼ੀ ਦੇ ਅਨੁਕੂਲ ਹੋਵੇ ਤੇ ਚਾਹੇ ਸਾਡੀ ਮਰਜ਼ੀ ਦੇ ਅਨੁਕੂਲ ਨਾ ਹੋਵੇ, ਦੋਨੋਂ ਹਾਲਾਤਾਂ ਦੇ ਵਿੱਚ ਹੀ ਇਸ ਨੂੰ ਪਰਮਾਤਮਾ ਦਾ ਹੁਕਮ ਮੰਨ ਕੇ ਬਰਾਬਰ ਹੀ ਟਰੀਟ ਕਰਨਾ, ਸਮ ਕਰਕੇ ਸਹਿਣਾ, ਸਹਾਰ ਲੈਣਾ, ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਣਾ। ਉਸ ਨੂੰ ਗੁਰੂ ਸਾਹਿਬ ਨੇ ਇਹਨਾਂ ਲਫ਼ਜ਼ਾਂ 'ਚ ਬਿਆਨ ਕੀਤਾ ਹੈ, ਭਾਣਾ ਤਾਕੈ ਹੁਕਮ ਪਿਆ। ਉਹ ਇਸ ਚੀਜ਼ ਨੂੰ ਪਰਮਾਤਮਾ ਦੀ ਰਜ਼ਾ ਹੀ ਸਮਝਣਾ ਤੇ ਉਹਦੇ ਹੁਕਮ ਦੇ ਵਿੱਚ ਰਾਜ਼ੀ ਰਹਿਣਾ, ਕਿਉਂਕਿ ਵਰਤਦਾ ਤਾਂ ਉਹੀ ਕੁਝ ਹੈ, ਹੁੰਦਾ ਤਾਂ ਉਹੀ ਕੁਝ ਹੈ ਜੋ ਪਰਮਾਤਮਾ ਦਾ ਹੁਕਮ ਹੁੰਦਾ ਹੈ। ਤਾਂ ਉਸ ਨੂੰ ਉਹਦਾ ਭਾਣਾ ਮੰਨ ਕੇ ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਣਾ, ਇਹ ਹੀ ਤਰੀਕਾ ਹੈ ਆਪਣੇ ਆਪ ਨੂੰ ਮਾਇਆ ਦੇ ਮੋਹ ਤੋਂ ਉੱਚਾ ਚੁੱਕਣ ਦਾ। ਮਾਇਆ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਉੱਚਾ ਚੁੱਕਣ ਦਾ ਇਹੀ ਇੱਕ ਤਰੀਕਾ ਹੈ ਕਿ ਪਰਮਾਤਮਾ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ। ਉਹ ਅਗਲੀ ਪੌੜੀ 32 ਨੰਬਰ ਦੇ ਵਿੱਚ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ, ਵਵੈ ਵਾਸੁਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ, ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਿਹਾ। ਵਵੇ ਅੱਖਰ ਦੇ ਰਾਹੀਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਾਸੁਦੇਵ ਪਰਮੇਸ਼ਰ, ਵਾਸੁਦੇਵ ਲਫ਼ਜ਼ ਵੀ ਜਿਹੜਾ ਹੈ ਉਹ ਪਰਮਾਤਮਾ ਵਾਸਤੇ ਹੀ ਆਇਆ ਹੈ ਅਤੇ ਪਰਮੇਸ਼ਰ ਦਾ ਵੀ ਅਰਥ ਵੀ ਪਰਮਾਤਮਾ ਹੀ ਹੈ, ਪਰਮ ਈਸ਼ਰ, ਸਭ ਦਾ ਮਾਲਕ, ਸਭ ਤੋਂ ਉੱਚਾ, ਉਸਨੂੰ ਵਾਸੁਦੇਵ ਵੀ ਕਿਹਾ ਜਾਂਦਾ ਹੈ। ਇਹ ਲਫ਼ਜ਼ ਵੀ ਗੁਰਬਾਣੀ ਵਿੱਚ ਜਿਵੇਂ ਆਸਾ ਕੀ ਵਾਰ ਦੇ ਅੰਦਰ ਵੀ ਸ਼ਲੋਕਾਂ ਦੇ ਵਿੱਚ ਵਾਸੁਦੇਵ ਲਫ਼ਜ਼ ਜਿਹੜਾ ਹੈ ਪਰਮਾਤਮਾ ਵਾਸਤੇ ਵਰਤਿਆ ਗਿਆ ਹੈ, ਇੱਥੇ ਵੀ ਪਰਮਾਤਮਾ ਦੇ ਅਰਥਾਂ ਦੇ ਵਿੱਚ ਹੀ ਵਰਤਿਆ ਗਿਆ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਾਸੁਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ, ਉਹ ਪਰਮਾਤਮਾ ਹੀ ਆਪ ਹੈ ਜਿਸ ਨੇ ਇਹ ਰੰਗ ਤਮਾਸ਼ਾ ਵੇਖਣ ਵਾਸਤੇ ਇਹ ਜੋ ਜਗਤ ਦੀ ਰਚਨਾ ਹੈ ਉਸਨੇ ਕੀਤੀ ਹੈ। ਵੇਸ ਤੋਂ ਭਾਵ ਹੈ ਇਸ ਨੂੰ ਆਕਾਰ ਦਿੱਤਾ ਹੈ, ਇਸ ਨੂੰ ਹੋਂਦ ਵਿੱਚ ਲਿਆਂਦਾ ਹੈ। ਜਿਨ ਜਿਸ ਨੇ, तो ਇਹ ਵਾਸੁਦੇਵ ਪਰਮੇਸ਼ਰ ਦੇ ਵਾਸਤੇ ਰੈਫਰੈਂਸ ਦੇ ਕੇ ਲਫ਼ਜ਼ ਜਿਨ ਆਇਆ ਹੈ ਪੰਕਤੀ ਦੇ ਦੂਜੇ ਹਿੱਸੇ ਵਿੱਚ ਕਿ ਜਿਸ ਵਾਸੁਦੇਵ ਪਰਮੇਸ਼ਰ ਨੇ ਵੇਖਣ ਕੋ ਮੈਨੇ ਇਸ ਤਮਾਸ਼ੇ ਨੂੰ ਵੇਖਣ ਵਾਸਤੇ, ਇਸ ਜਗਤ ਦੀ ਰਚਨਾ ਦਾ ਜੋ ਤਮਾਸ਼ਾ ਹੈ ਉਹਨੂੰ ਵੇਖਣ ਵਾਸਤੇ ਪਰਮਾਤਮਾ ਨੇ ਇਹ ਵੇਸ ਕੀਤਾ, ਇਹ ਆਕਾਰ ਬਣਾ ਦਿੱਤਾ, ਇਹ ਸ੍ਰਿਸ਼ਟੀ ਦੀ ਰਚਨਾ ਰਚ ਦਿੱਤੀ ਹੈ, ਜਗਤ ਦੀ ਰਚਨਾ ਕਰ ਦਿੱਤੀ। ਰਚਨਾ ਕਰਕੇ ਫਿਰ ਇਹ ਨਹੀਂ ਹੈ ਵੀ ਉਸਨੇ ਰਚਨਾ ਕਰਕੇ ਤੇ ਫਿਰ ਭੁੱਲ ਗਿਆ ਜਾਂ ਪਾਸੇ ਕਰ ਦਿੱਤਾ, ਉਹਨੂੰ ਛੱਡ ਦਿੱਤਾ ਆਪਣੇ ਹਾਲ ਤੇ, ਨਹੀਂ। ਅਗਲੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵੇਖੈ ਚਾਖੈ ਸਭ ਕੁਝ ਜਾਣੈ। ਵੇਖੈ ਚਾਖੇ ਤੋਂ ਭਾਵ ਹੈ ਉਹਦੀ ਪੂਰੀ ਤਰ੍ਹਾਂ ਨਾਲ ਰਾਖੀ ਕਰਨੀ, ਸੰਭਾਲ ਕਰਨੀ। ਵੇਖਣਾ ਚਾਖਣਾ ਤੋਂ ਭਾਵ ਹੁੰਦਾ ਹੈ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਉਹਦੀ ਸੰਭਾਲ ਕਰਨੀ, ਟੂ ਟੇਕ ਕੇਅਰ ਆਫ, ਉਹਦੇ ਵਾਸਤੇ ਉਹਦੀ ਪੂਰੀ ਸੰਭਾਲ ਕਰਨੀ। ਸਭ ਕੁਝ ਜਾਣੈ ਤੇ ਫਿਰ ਉਹਨੇ ਆਪਣੇ ਆਪ ਨੂੰ, ਕਿਉਂਕਿ ਇਸ ਸ੍ਰਿਸ਼ਟੀ ਦੇ ਵਿੱਚ ਟਿਕਾਇਆ ਹੋਇਆ ਹੈ, ਇਸ ਲਈ ਉਹ ਸਭ ਜੀਵਾਂ ਦੇ ਅੰਦਰ ਦੀ ਵੀ ਜਾਣਦਾ ਹੈ। ਜੋ ਕੁਝ ਸ੍ਰਿਸ਼ਟੀ 'ਚ ਵਰਤ ਰਿਹਾ ਹੈ ਉਹ ਸਭ ਕੁਝ ਤੋਂ ਵੀ ਜਾਣੂ ਹੈ। ਅੰਤਰ ਬਾਹਰ ਰਵ ਰਿਹਾ, ਉਹ ਸਭ ਜੀਵਾਂ ਦੇ ਅੰਦਰ ਅਤੇ ਉਹਨਾਂ ਦੇ ਬਾਹਰ ਦੀ ਸਭ ਜਗ੍ਹਾ ਦੇ ਵਿੱਚ ਉਹ ਵਿਆਪਕ ਹੈ। ਉਹ ਜੋ ਸ੍ਰਿਸ਼ਟੀ ਵਿੱਚ ਤਾਂ ਪੂਰੀ 'ਚ ਵਿਆਪਕ ਹੈ ਹੀ ਹੈ, ਸਭ ਜੀਵਾਂ ਦੇ ਅੰਦਰ ਵੀ ਵਿਆਪਕ ਹੈ। ਤਾਂ ਉਹਨਾਂ ਦੇ ਜੋ ਅੰਦਰ 'ਚ ਵਰਤ ਰਿਹਾ ਹੈ ਉਸਨੂੰ ਵੀ ਜਾਣਦਾ ਹੈ, ਜੋ ਸ੍ਰਿਸ਼ਟੀ ਦੇ ਵਿੱਚ ਜੀਵਾਂ ਦੇ ਸਰੀਰਾਂ ਤੋਂ ਬਾਹਰ ਕਿਧਰੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ, ਕਿਉਂਕਿ ਉਹ ਸਭ ਜਗ੍ਹਾ ਰਵ ਰਿਹਾ ਹੈ, ਹਰ ਜਗ੍ਹਾ ਲਗਾਤਾਰ ਇੱਕ ਰਸ ਮੌਜੂਦ ਹੈ, ਤਾਂ ਇਸ ਲਈ ਉਹ ਸਭ ਜਗ੍ਹਾ ਤੇ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਕੁਝ ਜਾਣੈ, ਉਹ ਜਾਣੀ ਜਾਣ ਹੈ, ਉਹ ਅੰਤਰਜਾਮੀ ਹੈ। ਉਹ ਇਸੇ ਲਈ ਪਰਮਾਤਮਾ ਨੂੰ ਅੰਤਰਜਾਮੀ ਕਿਹਾ ਜਾਂਦਾ ਹੈ ਕਿ ਉਹ ਸਾਡੇ ਮਨਾਂ ਦੇ ਅੰਦਰ ਦੀ ਵੀ ਜਾਣਦਾ ਹੈ। ਦੁਨੀਆ ਦੇ ਵਿੱਚ ਅਸੀਂ ਦੁਨੀਆਦਾਰਾਂ ਕੋਲੋਂ, ਲੋਕਾਂ ਕੋਲੋਂ ਗੱਲਾਂ ਛੁਪਾ ਸਕਦੇ ਹਾਂ, ਜੋ ਸਾਡੇ ਮਨ ਦੇ ਵਿੱਚ ਖਿਆਲ ਉਪਜਦੇ ਹਨ ਉਹ ਸਾਨੂੰ ਹੀ ਪਤਾ ਹੁੰਦੇ ਹਨ। ਦੂਜਿਆਂ ਨੂੰ ਤਾਂ ਉਹੀ ਕੁਝ ਪਤਾ ਲੱਗਦਾ ਹੈ ਜੋ ਕੁਝ ਅਸੀਂ ਮੂੰਹ ਤੋਂ ਬੋਲਦੇ ਹਾਂ ਜਾਂ ਜੋ ਕੁਝ ਅਸੀਂ
ਆਪਣੇ ਸਰੀਰ ਦੁਆਰਾ ਕੋਈ ਐਕਸ਼ਨ ਲੈਂਦੇ ਹਾਂ, ਕੋਈ ਕੰਮ ਕਰਦੇ ਹਾਂ, ਉਹ ਦੂਜਿਆਂ ਨੂੰ ਉਸਦੀ ਜਾਣਕਾਰੀ ਹੋ ਜਾਂਦੀ ਹੈ। ਪਰ ਜੋ ਸਾਡੇ ਹਿਰਦੇ ਦੇ ਅੰਦਰ, ਸਾਡੇ ਮਨ ਦੇ ਵਿੱਚ ਵਿਚਾਰ ਹੁੰਦੇ ਹਨ, ਉਹਦੇ ਤੋਂ ਦੂਸਰੇ ਲੋਕ ਜਾਣੂ ਨਹੀਂ ਹੁੰਦੇ। ਪਰ ਪਰਮਾਤਮਾ ਤਾਂ ਸਾਡੇ ਅੰਦਰ ਹੀ ਬੈਠਾ ਹੈ, ਉਹ ਸਾਡੇ ਮਨ ਦੇ ਅੰਦਰ ਦੇ ਵਿਚਾਰਾਂ ਤੋਂ ਹੀ ਜਾਣੂ ਹੈ। तो इसलिए गुरु साहब ने ये गल दृढ़ करवाई है कि वेखै चाखै वो सब दी संभाल कर रहा है, सब कुछ जाना है, सब दे अंदर दी जानन वाला है, अंतर बाहर रव रहा, वो सब दे अंदर भी है, बाहर भी है, भाव सारी सृष्टि विच, हर कण कण विच, हर जगह दे विच, जर्रे जर्रे विच वो रव रहा है, समाया होया है, मौजूद है। तो अगली पौड़ी नंबर 33 राड़ है, राड़ करे क्या प्राणी, इसे त्यागो जी अमर हुआ, इसे त्यागो सच समावो, उस बिटों कुर्बान किया। मुंडाड़े अखर दे राही गुरु साहब फरमाते हैं, राड़ करे क्या प्राणी। राड़ का जो अखरी अर्थ है वो है बहस मुबासा, आर्गूमेंट, झगड़ा। तो आम इंसान दुनिया में बड़े लोगों के नाल उलझदा है, ਜਦੋਂ ਵੀ ਉਹਦੀ ਮਰਜ਼ੀ ਮੁਤਾਬਕ ਗੱਲ ਨਹੀਂ ਮੰਨੀ ਜਾਂਦੀ, ਜੇ ਮੇਰੀ ਆਖੀ ਹੋਈ ਗੱਲ ਸਾਹਮਣੇ ਵਾਲਾ ਨਹੀਂ ਮੰਨਦਾ ਤੇ ਮੈਂ ਵੱਖ-ਵੱਖ ਆਰਗੂਮੈਂਟ ਦੇ ਕੇ, ਰੀਜ਼ਨ ਦੇ ਕੇ ਉਹਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਅੱਗੋਂ ਉਹ ਫਿਰ ਜਵਾਬ ਦੇ ਦਿੰਦਾ ਹੈ, ਜੋ ਮੈਨੂੰ ਫਿਰ ਪਸੰਦ ਨਹੀਂ ਆਉਂਦੇ, ਮੇਰੀ ਮਰਜ਼ੀ ਮੁਤਾਬਕ ਨਹੀਂ ਹੁੰਦੇ। ਮੈਂ ਫਿਰ ਅੱਗੋਂ ਹੋਰ ਗੱਲਾਂ ਕਰਦਾ ਹਾਂ, ਹੋਰ ਬਹਿਸ ਕਰਦਾ ਹਾਂ। ਤਾਂ ਮੇਰਾ ਮਕਸਦ ਇਹ ਹੁੰਦਾ ਹੈ ਕਿ ਬਈ ਮੈਂ ਸਾਹਮਣੇ ਵਾਲੇ ਨੂੰ ਆਪਣੀ ਗੱਲ ਦਾ ਕਾਇਲ ਕਰ ਲਵਾਂ, ਉਹ ਮੇਰੀ ਗੱਲ ਨੂੰ ਮੰਨ ਜਾਏ। ਤੇ ਸਾਹਮਣੇ ਵਾਲੇ ਦੇ ਮਨ ਵਿੱਚ ਵੀ ਇਹੀ ਹੁੰਦਾ ਵਿਚਾਰ ਕਿ ਉਹਦੀ ਗੱਲ ਦਾ ਮੈਂ ਕਾਇਲ ਹੋ ਜਾਵਾਂ। ਤੇ ਦੋਨੋਂ ਆਪਣੀ ਆਪਣੀ ਪੋਜੀਸ਼ਨ ਤੇ ਅੜ ਜਾਂਦੇ ਹਨ। ਉਹ ਇਸ ਸਟੈਂਡ ਲੈਣ ਕਰਕੇ ਸਾਡੇ ਦੋਵਾਂ ਦੇ ਅੰਦਰ ਫਿਰ ਬਹਿਸ ਮੁਬਾਸਾ ਸ਼ੁਰੂ ਹੋ ਜਾਂਦਾ ਹੈ, ਗੱਲਬਾਤ ਲੰਬੀ ਹੋ ਜਾਂਦੀ ਹੈ, ਗੱਲਬਾਤ ਵਿੱਚ ਫਿਰ ਤਲਖੀ ਵੀ ਆ ਜਾਂਦੀ ਹੈ ਔਰ ਇੱਥੋਂ ਫਿਰ ਝਗੜੇ ਵੀ ਪੈਦਾ ਹੋ ਜਾਂਦੇ ਹਨ। तो इस बहस मुबासे ਦੀ ਜੋ ਹੁੰਦੀ ਹੈ ਘਟਨਾ, ਉਸਨੂੰ ਰਾੜ ਕਰਨਾ ਕਿਹਾ ਜਾਂਦਾ ਹੈ। ਇਸ ਰਾੜ ਦੇ ਵਿੱਚੋਂ ਝਗੜੇ ਵੀ ਉਪਜ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਰਾੜ ਕਰੇ ਕਿਆ ਪ੍ਰਾਣੀ, ਇਸੇ ਧਿਆਵੋ ਜੇ ਅਮਰ ਹੁਆ। ਹੁਣ ਹੁੰਦਾ ਕੀ ਹੈ ਕਿ ਦੁਨੀਆ ਦੇ ਵਿੱਚ ਲੋਕੀ ਵੱਖ-ਵੱਖ ਤਰ੍ਹਾਂ ਦਾ ਗਿਆਨ ਹਾਸਲ ਕਰਦੇ ਹਨ ਤੇ ਕਈ ਲੋਕ ਹਨ ਜਿਹੜੇ ਧਾਰਮਿਕ ਪੁਸਤਕਾਂ ਦਾ ਪਠਨ ਕਰਦੇ ਹਨ। ਉਹਨਾਂ ਧਾਰਮਿਕ ਪੁਸਤਕਾਂ ਨੂੰ ਲਿਖਣ ਵਾਲੇ ਜਿਹੜੇ ਸਨ, ਉਹਨਾਂ ਦੇ ਵੀ ਆਪੋ ਆਪਣੇ ਗਿਆਨ ਦੀ ਅਵਸਥਾ ਵੱਖੋ ਵੱਖਰੀ ਸੀ। ਉਹ ਜੋ ਹੁਣ ਮੰਨ ਲਓ ਅਲੱਗ-ਅਲੱਗ ਬੰਦਿਆਂ ਨੇ ਅਲੱਗ-ਅਲੱਗ ਤਰ੍ਹਾਂ ਦਾ ਗਿਆਨ ਹਾਸਲ ਕੀਤਾ। ਕਿਸੇ ਦਾ ਕੁਛ ਵਿਚਾਰ ਬਣ ਗਿਆ, ਕਿਸੇ ਦਾ ਕੁਛ ਵਿਚਾਰ ਬਣ ਗਿਆ। ਕਿਸੇ ਦਾ ਵਿਚਾਰ ਬਣ ਗਿਆ ਕਿ ਪਰਮਾਤਮਾ ਨਿਰਗੁਣ ਸਰੂਪ ਵੀ ਹੈ, ਸਰਗੁਣ ਵੀ ਹੈ, ਉਹ ਆਕਾਰ ਤੋਂ ਰਹਿਤ ਹੈ। ਕਿਸੇ ਦਾ ਵਿਚਾਰ ਬਣ ਗਿਆ ਕਿ ਪਰਮਾਤਮਾ ਤਾਂ ਸਿਰਫ ਇੱਕੋ ਥਾਂ ਤੇ ਹੀ ਬੈਠਾ ਹੋਇਆ ਹੈ, ਉਹ ਕਿਸੇ ਸੱਤਵੇਂ ਅਸਮਾਨ ਤੇ ਬੈਠਾ ਹੈ। ਕਿਸੇ ਦਾ ਵਿਚਾਰ ਬਣ ਗਿਆ ਕਿ ਨਹੀਂ, ਪਰਮਾਤਮਾ ਤਾਂ ਸਿਰਫ ਇੱਕੋ ਘਰ, ਉਹਦਾ ਘਰ ਮੱਕਾ ਹੀ ਹੈ, ਉਹ ਹੋਰ ਕਿਧਰੇ ਨਹੀਂ, ਉਹਦਾ ਘਰ ਮੱਕੇ ਵਿੱਚ ਹੈ। ਕਿਸੇ ਦਾ ਵਿਚਾਰ ਬਣ ਗਿਆ ਕਿ ਪਰਮਾਤਮਾ ਤਾਂ ਉਹ ਦਕਸ਼ਣ ਦੇਸ਼ ਵਿੱਚ ਪੁਰੀ, ਜਗਨਨਾਥਪੁਰੀ ਜਿਹੜਾ ਹੈ, ਉੱਥੇ ਹੀ ਉਹਦਾ ਨਿਵਾਸ ਹੈ। ਜਿਵੇਂ ਕਬੀਰ ਸਾਹਿਬ ਨੇ ਆਪਣੇ ਸ਼ਲੋਕ ਵਿੱਚ ਰੈਫਰੈਂਸ ਦਿੱਤਾ ਹੈ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮੋ। ਹਿੰਦੂ ਜਿਹੜੇ ਹਨ, ਕਈ ਫਿਰਕੇ ਐਸੇ ਹਨ ਜਿਹੜੇ ਇਹ ਮੰਨਦੇ ਹਨ ਕਿ ਜਗਨਨਾਥ ਰੂਪ ਦੇ ਅੰਦਰ ਪਰਮਾਤਮਾ ਦਾ ਜੋ ਨਿਵਾਸ ਹੈ ਉਹ ਪੁਰੀ ਦੇ ਅੰਦਰ ਹੀ ਹੈ, ਉੱਥੇ ਹੀ ਉਹਦਾ ਘਰ ਹੈ। ਉਹ ਦੱਖਣ ਦੇਸ਼ ਦੇ ਵਿੱਚ ਉਹਦਾ ਨਿਵਾਸ ਮੰਨਦੇ ਹਨ। ਪੱਛਮ ਵਿੱਚ ਕਾਬਾ, ਮੱਕਾ ਜਿਹੜਾ ਹੈ ਉਹ ਇੱਥੋਂ ਹਿੰਦੁਸਤਾਨ ਤੋਂ ਪੱਛਮ ਵਾਲੀ ਡਾਇਰੈਕਸ਼ਨ 'ਚ ਪੈਂਦਾ ਹੈ। ਤਾਂ ਮੁਸਲਮਾਨ ਉਹ ਮੰਨਦੇ ਹਨ ਕਿ ਵੀ ਉੱਥੇ ਹੀ ਉਹਦਾ ਖੁਦਾ ਦਾ ਘਰ ਹੈ। ਕਬੀਰ ਜੀ ਨੇ ਕਿਹਾ ਅੱਲਾ ਮੁਕਾਮ, ਅੱਲਾ ਦਾ ਟਿਕਾਣਾ ਜਿਹੜਾ ਹੈ ਉਹ ਪੱਛਮ ਦੇਸ਼ ਵਿੱਚ ਪੱਛਮ ਵਾਲੇ ਪਾਸੇ ਮੰਨਦੇ ਹਨ। ਪਰ ਕਬੀਰ ਜੀ ਦਾ ਆਪਣਾ ਮੰਨਣਾ ਹੈ ਕਿ ਉਹ ਤਾਂ ਹਰ ਕਿਸੇ ਦਾ ਇਨਸਾਨ ਦੇ ਦਿਲ ਵਿੱਚ ਰਹਿੰਦਾ ਹੈ, ਹਰ ਇਨਸਾਨ ਦੇ ਅੰਦਰ ਵਸਦਾ ਹੈ। ਇਸੇ ਇਹ ਵਿਚਾਰ ਜਿਹੜਾ ਹੈ ਕਬੀਰ ਜੀ ਦਾ, ਉਹ ਗੁਰੂ ਨਾਨਕ ਜੀ ਦੀ ਫਿਲਾਸਫੀ ਦੇ ਨਾਲ ਮੇਲ ਖਾਂਦਾ ਹੈ, ਜਿਸ ਕਰਕੇ ਉਹਨਾਂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਕੱਤਰ ਕਰਕੇ ਅਤੇ ਗੁਰਬਾਣੀ, ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਦਿੱਤਾ। ਪਰ ਵੱਖ-ਵੱਖ ਬੰਦਿਆਂ ਦੇ ਜੋ ਵੱਖ-ਵੱਖ ਵਿਚਾਰ ਬਣੇ ਹੁੰਦੇ ਹਨ, ਉਹ ਇਸ ਗੱਲ ਦੇ ਹੀ ਆਪਣੇ ਆਪ ਨੂੰ ਬਹੁਤਾ ਪੜ੍ਹਿਆ ਲਿਖਿਆ ਮੰਨ ਕੇ ਤੇ ਦੂਜੇ ਨੂੰ ਆਪਣੇ ਤੋਂ ਨੀਵਾਂ ਸਮਝ ਕੇ ਆਪਣੇ ਸਟੈਂਡ ਤੇ ਅੜ ਜਾਂਦੇ ਹਨ। ਨਹੀਂ, ਖੁਦਾ ਦਾ ਘਰ ਤਾਂ ਸਿਰਫ ਪੱਛਮ ਵਿੱਚ ਹੀ ਹੈ, ਉਹ ਕਾਬੇ ਵਿੱਚ ਹੀ ਰਹਿੰਦਾ ਹੈ,
ਤੇ ਕੋਈ ਅੱਗੋਂ ਅੜ ਜਾਏਗਾ, ਨਹੀਂ ਉਹ ਤਾਂ ਸਿਰਫ ਜਗन्नाथपुरी 'ਚ ਹੀ ਰਹਿੰਦਾ ਹੈ। ਤੇ ਫਿਰ ਇਸੇ ਪੁਆਇੰਟ ਤੇ ਬਹਿਸ ਮੁਬਾਸਾ ਹੋ ਕੇ ਤੇ ਕੋਈ ਕਿਸੇ ਨੂੰ ਮਲੇਛ ਤੇ ਕੋਈ ਕਿਸੇ ਨੂੰ ਕਾਫਰ ਕਹਿਣਾ ਸ਼ੁਰੂ ਕਰ ਦਿੰਦਾ ਹੈ। ਤੇ ਇੱਥੋਂ ਝਗੜੇ ਪੈਦਾ ਹੋ ਜਾਂਦੇ ਹਨ, ਇੱਕ ਦੂਜੇ ਨਾਲ ਨਫ਼ਰਤ ਪੈਦਾ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਤੂੰ ਬਹੁਤ ਪੜ੍ਹ ਲਿਖ ਗਿਆ ਹੈ ਤੇ ਇਸ ਤਰੀਕੇ ਦੇ ਝਗੜੇ ਕਰਨ ਦਾ ਤੈਨੂੰ ਕੋਈ ਲਾਭ ਨਹੀਂ ਹੋਏਗਾ। ਰਾੜ ਕਰੇ ਕਿਆ ਪ੍ਰਾਣੀ, ਇਹ ਪ੍ਰਾਣੀ ਤੂੰ ਕਿਉਂ ਬਹਿਸ ਮੁਬਾਸੇ 'ਚ ਪੈਂਦਾ ਹੈ, ਕਿਉਂ ਝਗੜੇ 'ਚ ਪੈਂਦਾ ਹੈ? ਤੇਰਾ ਕੰਮ ਕੀ ਹੈ, ਤੈਨੂੰ ਕਰਨਾ ਬਣਦਾ ਕੀ ਹੈ, ਤੇਰਾ ਫਰਜ਼ ਕੀ ਹੈ? ਕਿਸੇ ਧਿਆਵੋ ਜੀ ਅਮਰ ਹੋਆ। ਅਮਰ ਦਾ ਭਾਵ ਹੁੰਦਾ ਹੈ ਉਹ ਜੋ ਮੌਤ ਤੋਂ ਰਹਿਤ ਹੈ। ਮਰਨਾ, ਮੌਤ, ਨਾਸ਼ ਹੋ ਜਾਣਾ। ਅਮਰ ਜਿਹਦਾ ਨਾਸ਼ ਨਹੀਂ ਹੁੰਦਾ, ਜੋ ਮਰਦਾ ਨਹੀਂ ਹੈ। ਅਮਰ ਕੇਵਲ ਤੇ ਕੇਵਲ ਪਰਮਾਤਮਾ ਹੀ ਹੈ। ਗੁਰਬਾਣੀ ਦੇ ਅੰਦਰ ਮਨੁੱਖਾਂ ਨੂੰ ਵੀ ਅਮਰ ਹੋਣ ਦੀ ਜਾਚ ਸਿਖਾਉਣ ਦੀ ਗੱਲ ਕੀਤੀ ਗਈ ਹੈ ਕਿ ਨਾਮ ਅੰਮ੍ਰਿਤ ਹੈ ਜਿਹਦੇ ਆਸਰੇ ਜੀਵ ਅਮਰ ਹੋ ਜਾਂਦੇ ਹਨ। ਉੱਥੇ ਗੱਲ ਆਤਮਿਕ ਜੀਵਨ ਦੀ ਹੁੰਦੀ ਹੈ ਕਿ ਆਤਮਿਕ ਤੌਰ ਦੇ ਉੱਤੇ ਸਦਾ ਜੀਵੀ ਚਿਰੰਜੀਵੀ ਹੋ ਜਾਂਦੇ ਹਨ। ਸਰੀਰਕ ਮੌਤ ਤਾਂ ਹਰ ਕਿਸੇ ਦੀ ਆਣੀ ਹੀ ਹੈ, ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਜਿੱਥੇ ਕਿਧਰੇ ਵੀ ਅੰਮ੍ਰਿਤ ਦੀ ਗੱਲ ਆਈ ਹੈ ਤਾਂ ਉਹ ਨਾਮ ਅੰਮ੍ਰਿਤ ਜਾਂ ਜਿਸ ਵੀ ਅੰਮ੍ਰਿਤ ਦੀ ਗੱਲ ਕੀਤੀ ਗਈ ਹੈ ਉਹਦਾ ਸੰਬੰਧ ਆਤਮਿਕ ਜੀਵਨ ਦੇ ਨਾਲ ਹੈ ਔਰ ਆਤਮਿਕ ਮੌਤ ਦੇ ਨਾਲ ਹੈ। ਉਹ ਆਤਮਿਕ ਮੌਤ ਤੋਂ ਬਚ ਜਾਂਦੇ ਹਨ। ਇੱਥੇ ਅਮਰ ਲਫ਼ਜ਼ ਜਿਹੜਾ ਹੈ ਪਰਮਾਤਮਾ ਵਾਸਤੇ ਆਇਆ ਹੈ। ਉਹ ਪਰਮਾਤਮਾ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜਿਹਦਾ ਕਦੀ ਨਾਸ਼ ਨਹੀਂ ਹੁੰਦਾ, ਜੋ ਕਦੀ ਮਰਦਾ ਨਹੀਂ ਹੈ। ਕਿਉਂਕਿ ਮਰਦਾ ਉਹ ਹੈ ਜੋ ਜਨਮ ਲੈਂਦਾ ਹੈ। ਪਰਮਾਤਮਾ ਅਜੂਨੀ ਹੈ, ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ। ਉਹ ਗੁਰੂ ਸਾਹਿਬ ਕਹਿੰਦੇ ਹਨ ਕਿ ਤਿਸੇ ਧਿਆਵੋ ਜੇ ਅਮਰ ਹੋਆ। ਉਸੇ ਪਰਮਾਤਮਾ ਨੂੰ ਹਮੇਸ਼ਾ ਆਪਣੇ ਧਿਆਨ ਵਿੱਚ ਲਿਆ ਕੇ ਰੱਖੋ, ਉਸੇ ਦਾ ਹੀ ਧਿਆਨ ਧਰੋ ਜੋ ਅਮਰ ਹੈ, ਜੋ ਇੱਕੋ ਇੱਕ ਕੇਵਲ ਇੱਕ ਪਰਮਾਤਮਾ ਹੀ ਹੈ ਜੋ ਅਜੂਨੀ ਹੈ, ਜਿਹਦਾ ਨਾ ਜਨਮ ਹੋਇਆ ਹੈ ਨਾ ਜਿਹਦੀ ਮੌਤ ਹੋਣੀ ਹੈ। ਤੋ ਇਹ ਪ੍ਰਾਣੀ ਤੇਰਾ ਕਰਨ ਵਾਲਾ ਕੰਮ ਤਾਂ ਇਹੀ ਹੈ ਕਿ ਉਸ ਅਮਰ ਪਰਮਾਤਮਾ ਦਾ ਹੀ ਤੂੰ ਧਿਆਨ ਧਰ ਤੇ ਦੂਜਿਆਂ ਦੇ ਨਾਲ ਬਹਿਸ ਮੁਬਾਸੇ ਦੇ ਵਿੱਚ, ਤੂੰ ਚਰਚਾ ਵਿੱਚ, ਗਿਆਨ ਚਰਚਾ ਦੇ ਵਿੱਚ ਆਪਣੇ ਆਪ ਨੂੰ ਨਾ ਉਲਝਾ। ਪਹਿਲੀ ਪੰਕਤੀ 'ਚ ਗੁਰੂ ਸਾਹਿਬ ਇਸ ਕੰਮ ਵੱਲੋਂ ਪਰਹੇਜ਼ ਕਰਨ ਨੂੰ ਕਹਿੰਦੇ ਹਨ, ਅਟਕਦੇ ਹਨ ਕਿ ਰਾੜ ਕਰੇ ਕਿਆ ਪ੍ਰਾਣੀ। ਇਹ ਆਮ ਤੌਰ ਤੇ ਜੋ ਸਵਾਲੀਆ ਫਿਕਰਾ ਹੁੰਦਾ ਹੈ, ਇਹਦਾ ਭਾਵ ਅਰਥ ਇਹ ਹੁੰਦਾ ਹੈ ਕਿ ਵੀ ਇਹ ਨਾ ਕਰੋ, ਤੂੰ ਇਹ ਕੀ ਕਰ ਰਿਹਾ ਹੈ। ਇਹ ਕੁਐਸਚਨ ਪੁੱਛਣ ਦਾ ਸਾਡਾ ਮਤਲਬ ਇਹ ਹੁੰਦਾ ਹੈ ਵੀ ਇਹ ਤੇ ਕਰਨ ਲਾਇਕ ਕੰਮ ਨਹੀਂ ਹੈ, ਤੂੰ ਕਿਉਂ ਕਰ ਰਿਹਾ, ਕੀ ਕਰ ਰਿਹਾ ਹੈ। ਜੋ ਅੰਡਰਲਾਈਨ ਜੋ ਭਾਵਨਾ ਹੁੰਦੀ ਹੈ ਉਹ ਹੁੰਦੀ ਹੈ ਵੀ ਕਿਉਂ ਕਰ ਰਿਹਾ, ਨਾ ਕਰ। तो जो गुरु साहब ने जो सवाल किया है राड़ करें क्या प्राणी, मतलब ये है राड़ ना कर, ये झगड़े च ना पै, बहस मुबासे ना कर। करना की है तिसे त्यागो जी अमर हुआ। फिर इसे गल दोबारा अगली पंक्ति च भी दृढ़ करवाते हैं, तिसे त्यागो सच समाओ। ये ध्यान करने नाल होएगा कि ਤੁਸੀਂ ਉਸ ਪਰਮਾਤਮਾ ਜੋ ਅਮਰ ਹੈ ਉਸੇ ਦਾ ਧਿਆਨ ਕਰੋਗੇ ਤਾਂ ਕੀ ਹੋਏਗਾ, ਸੱਚ ਸਮਾਓ। ਤੁਸੀਂ ਸੱਚ ਦੇ ਵਿੱਚ ਹੀ ਸਮਾ ਜਾਓਗੇ। ਸੱਚ ਕੀ ਹੈ, तो सदा कायम रहने वाला है। तो अमर और सच ये समअर्थक बराबर अर्थ वाले लफज हैं। दोनों का भाव ही है सदा कायम कौन रह सकता है जिसका कभी नाश नहीं होता। जो अमर है ਉਹਦਾ ਨਾਸ਼ नहीं होएगा, इस करके वो कायम रहेगा। तो सच का भी भाव यही है सदा कायम रहने वाला। अमर का भाव भी है जो सदा कायम रहता है, जिसका नाश नहीं होता। और ये दोनों गुण केवल ਤੇ केवल परमात्मा ਦੇ ਹੀ ਹਨ। ਹੋਰ ਕਿਸੇ ਦੀ ਇਹ ਗੁਣ ਕਿਸੇ ਦੇ ਉੱਤੇ ਫਿੱਟ ਨਹੀਂ ਬੈਠਦੇ। ਹੋਰ ਕਿਸੇ ਨੂੰ ਵੀ ਇਹ ਗੁਣ ਨਹੀਂ ਦਿੱਤੇ ਜਾ ਸਕਦੇ, ਆਖੇ ਨਹੀਂ ਜਾ ਸਕਦੇ ਕਿਸੇ ਦੇ ਬਾਰੇ ਵੀ। ਤੋ ਕਿਸੇ ਧਿਆਵੋ ਉਸ ਅਮਰ ਨੂੰ ਹੀ ਧਿਆਵੋ, ਉਹਦੇ ਨਾਲ ਕੀ ਹੋਏਗਾ, ਸੱਚ ਸਮਾਵੋ। ਉਸ ਸੱਚ ਦੇ ਵਿੱਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਹੀ ਤੁਸੀਂ ਸਮਾ ਜਾਓਗੇ, ਉਹਦੇ ਨਾਲ ਹੀ ਲੀਨ ਹੋ ਜਾਓਗੇ, ਉਹਦੇ ਨਾਲ ਹੀ ਇਕਮਿਕ ਹੋ ਜਾਓਗੇ। ਉਹਦੇ ਵਿੱਚ ਤੇ ਤੁਹਾਡੇ 'ਚ ਫਿਰ ਕੋਈ ਭੇਦ ਨਹੀਂ ਰਹਿ ਜਾਏਗਾ, ਤੁਸੀਂ ਉਹਦਾ ਹੀ ਰੂਪ ਬਣ ਜਾਓਗੇ। ਉਹ ਭਾਵ ਕੀ ਹੈ ਕਿ ਜੇ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਨੂੰ ਜੋੜੋਗੇ, ਉਸ ਨੂੰ ਆਪਣੇ ਧਿਆਨ ਦੇ ਵਿੱਚ ਟਿਕਾਈ ਰੱਖੋਗੇ ਤਾਂ ਤੁਹਾਡੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਏਗਾ, ਤੁਸੀਂ ਉਸ ਦਾ ਹੀ ਰੂਪ ਹੋ ਜਾਓਗੇ। ਤਾਂ ਗੁਰਬਾਣੀ ਦੇ ਅਨੁਸਾਰ ਮਨੁੱਖਾ ਜੀਵਨ ਦਾ ਮਨੋਰਥ ਵੀ ਮਕਸਦ ਵੀ ਇਹੀ ਹੈ ਕਿ ਉਸ ਪਰਮਾਤਮਾ ਤੋਂ ਹੀ ਵਿਛੜ ਕੇ ਇਹ ਜੀਵ ਇਸ ਜਗਤ ਦੇ ਵਿੱਚ ਜਨਮ ਲੈਂਦਾ ਹੈ ਤੇ ਉਸ ਪਰਮਾਤਮਾ ਦੇ ਵਿੱਚ ਹੀ ਅਭੇਦ ਹੋਣਾ ਇਸੇ ਮਨੁੱਖਾ ਜੀਵਨ ਦਾ ਮਕਸਦ ਹੈ। ਉਹਦਾ ਤਰੀਕਾ ਹੈ ਉਹਦਾ ਨਾਮ ਦੇ ਨਾਲ ਸੁਰਤ ਜੋੜਨਾ, ਕਿਸੇ ਧਿਆਵੋ ਸੱਚ ਸਮਾਵੋ। ਇਹ ਜੀਵਨ ਦਾ ਮਨੋਰਥ ਹੈ, ਮਕਸਦ ਹੈ। ਇਹੀ ਕਰਨ ਦੀ ਪ੍ਰੇਰਨਾ ਗੁਰੂ ਸਾਹਿਬ ਕਰ ਰਹੇ ਹਨ। ਕਿਸੇ ਧਿਆਵੋ ਸੱਚ ਸਮਾਵੋ, ਉਸ ਵਿੱਚੋਂ
ਕੁਰਬਾਨ ਕੀਆ। ਉਸ ਵਿਟੋਂ ਦਾ ਭਾਵ ਹੁੰਦਾ ਹੈ ਉਹਦੇ ਤੋਂ, ਉਹਦੇ ਬਦਲੇ ਵਿੱਚ। ਭਾਵ ਕੀ ਹੈ? ਉਹਦੇ ਵਿੱਚ ਸਮਾਨ ਦੇ ਮੁਕਾਬਲੇ ਤੇ ਕੁਰਬਾਨ ਕੀਆ। ਕੀ ਕੁਰਬਾਨ ਕੀਤਾ? ਆਪਣੀ ਮੈਂ ਨੂੰ, ਆਪਣੀ ਹਉਮੈ ਨੂੰ, ਆਪਣੀ ਜਿਹੜੀ ਵੱਖਰੀ ਹਸਤੀ ਹੈ। ਹਰ ਇਨਸਾਨ ਦੁਨੀਆ ਵਿੱਚ ਜੋ ਵੀ ਆਇਆ ਹੈ, ਉਸ ਨੂੰ ਜਿਉਂ ਹੀ ਉਹ ਜਨਮ ਲੈਂਦਾ ਹੈ, ਆਪਣੀ ਵੱਖਰੀ ਹੋਣ ਦਾ, ਆਪਣੀ ਹੋਂਦ ਦਾ, ਆਪਣੀ ਮੈਂ ਦਾ, ਆਪਣੀ ਹਸਤੀ ਦਾ ਅਹਿਸਾਸ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਪਰਮਾਤਮਾ ਤੋਂ ਵੱਖ ਕੋਈ ਚੀਜ਼ ਸਮਝਣ ਲੱਗ ਪੈਂਦਾ ਹੈ। ਇਹ ਹਉਮੈ ਹੀ ਉਹਦੇ ਪਰਮਾਤਮਾ ਨਾਲੋਂ ਵਿਛੋੜੇ ਦੀ ਮੁੱਖ ਜੋ ਹੈ ਵਜ੍ਹਾ ਹੈ। ਜੋ ਜੀਵ ਆਤਮਾ ਤੇ ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਉਹਦੀ ਵਜ੍ਹਾ ਵੀ ਇਹ ਹੋਂ ਹੀ ਹੈ, ਇਹ ਮੈਂ ਦੀ ਭਾਵਨਾ ਹੀ ਹੈ। ਜਪ ਬਾਣੀ ਦੇ ਅੰਦਰ ਵੀ ਜਿਹੜਾ ਇਹ ਕੂੜ ਦੀ ਪਾਲ ਦੀ ਗੱਲ ਕੀਤੀ ਗਈ ਹੈ, ਉਹ ਵੀ ਇਸ ਹਉਮੈ ਦਾ ਹੀ ਇੱਕ ਜੋ ਹੈ ਸਰੂਪ ਹੈ। ਤੋ ਪਰਮਾਤਮਾ ਦੇ ਵਿੱਚ, ਸਾਡੇ ਵਿੱਚ ਜਿਹੜੀ ਇਸ ਹਉਮੈ ਦੀ ਹੀ ਵਿੱਥ ਹੈ। ਜਿਹੜਾ ਇਨਸਾਨ ਆਪਣੀ ਹਉਮੈ ਨੂੰ ਮਿਟਾ ਦੇ, ਆਪਣੀ ਹਉਮੈ ਨੂੰ ਕੁਰਬਾਨ ਕਰ ਦੇਵੇ, ਉਹ ਫਿਰ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਸਕਦਾ ਹੈ, ਹੋ ਜਾਂਦਾ ਹੈ। ਉਸ ਅਵਸਥਾ ਦਾ ਹੀ ਗੁਰੂ ਸਾਹਿਬ ਇੱਥੇ ਜ਼ਿਕਰ ਕਰ ਰਹੇ ਹਨ। ਤਿਸੇ ਧਿਆਵੋ ਸੱਚ ਸਮਾਵੋ, ਉਸ ਵਿਟੋਂ ਕੁਰਬਾਨ ਕੀਆ। ਆਪਣੀ ਹਉਮੈ ਨੂੰ ਕੁਰਬਾਨ ਕਰ ਦਿਓ, ਸਦਕੇ ਕਰ ਦਿਓ, ਉਹਦੇ ਤੋਂ ਵਾਰਨੇ ਕਰ ਦਿਓ, ਆਪਣੀ ਹਉਮੈ ਦਾ ਤਿਆਗ ਕਰ ਦਿਓ, ਤਾਂ ਤੁਸੀਂ ਉਹਦੇ ਵਿੱਚ ਸਮਾ ਜਾਓਗੇ, ਉਹਦੇ ਵਿੱਚ ਹੀ ਲੀਨ ਹੋ ਜਾਓਗੇ, ਉਹਦਾ ਹੀ ਰੂਪ ਬਣ ਜਾਓਗੇ। ਉਹ ਇਸ ਪੌੜੀ ਦੇ ਅੰਦਰ ਗੁਰੂ ਸਾਹਿਬ ਨੇ ਫਾਲਤੂ ਦੀਆਂ ਧਾਰਮਿਕ ਮਸਲਿਆਂ ਦੀਆਂ ਬਹਿਸ ਮੁਬਾਸਾਂ, ਗਿਆਨ ਚਰਚਾ ਕਰਨ ਤੋਂ ਬਚਣ ਦੀ ਪ੍ਰੇਰਨਾ ਕੀਤੀ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ ਹੈ। ਅੱਜ ਸਿੱਖ ਜਗਤ ਦੇ ਅੰਦਰ ਵੀ ਸਾਡੇ ਧਾਰਮਿਕ ਜਗਤ ਵਿੱਚ ਵਿਚਰਨ ਵਾਲੇ ਪ੍ਰਚਾਰਕਾਂ ਤੇ ਧਰਮ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਅੰਦਰ ਇਹ ਜੋ ਵਾਦੀ ਹੈ, ਇਹ ਆਦਤ ਹੈ, ਕਾਫੀ ਤੋਂ ਜ਼ਿਆਦਾ ਘਰ ਕਰ ਚੁੱਕੀ ਹੈ। ਹਰ ਬੰਦਾ ਜਿਹੜਾ ਥੋੜਾ ਬਹੁਤਾ ਵੀ ਧਰਮ ਦਾ ਕੁਝ ਗਿਆਨ ਲੈ ਲੈਂਦਾ ਹੈ, ਜਿਹਨੂੰ ਕਿਸੇ ਗੁਰਬਾਣੀ ਦੇ ਕੁਝ ਸ਼ਬਦਾਂ ਦੀ ਵਿਆਖਿਆ ਸਮਝ ਆ ਜਾਂਦੀ ਹੈ, ਉਹ ਦੂਜਿਆਂ ਨੂੰ ਗਲਤ ਸਾਬਤ ਕਰਨ ਦਾ ਹੀ ਆਪਣਾ ਜ਼ੋਰ ਲਾਈ ਜਾਂਦਾ। ਨਹੀਂ, ਇਹ ਤੁਹਾਡੇ ਅਰਥ ਕੀਤੇ ਗਲਤ ਹਨ, ਮੈਂ ਜੋ ਅਰਥ ਕਰ ਰਿਹਾ ਹਾਂ ਉਹੀ ਠੀਕ ਨੇ। ਇਹ ਜਿਹੜੀ ਗੱਲ ਮੈਂ ਸਮਝਾਈ ਹੈ, ਇਹ ਅਸੂਲ ਇਸ ਤਰ੍ਹਾਂ ਦਾ ਹੀ ਹੈ। ਪਰਮਾਤਮਾ ਇੰਝ ਹੀ ਕਰਦਾ ਹੈ, ਇਸ ਤਰ੍ਹਾਂ ਨਹੀਂ ਕਰ ਸਕਦਾ। ਉਹ ਦਾਅਵੇ ਕਰਨ ਲੱਗ ਪੈਂਦਾ ਹੈ ਕਿ ਪਰਮਾਤਮਾ ਕੀ ਕਰ ਸਕਦਾ ਤੇ ਕੀ ਨਹੀਂ ਕਰ ਸਕਦਾ। ਉਹ ਜਦ ਕਿ ਗੁਰਬਾਣੀ ਬਾਰੰਬਾਰ ਇਸ ਗੱਲ ਦੀ ਜਿਹੜੀ ਸਿੱਖਿਆ ਦਿੰਦੀ ਹੈ ਕਿ ਪਰਮਾਤਮਾ ਦੇ ਕੀਤੇ ਕੰਮਾਂ ਦਾ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦੀ ਸਮਰੱਥਾ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਕੀ ਕੁਝ ਕਰਨ ਦੇ ਸਮਰੱਥ ਹੈ, ਉਹਦਾ ਅੰਤ ਅਸੀਂ ਨਹੀਂ ਪਾ ਸਕਦੇ। ਇਹ ਸਾਡੇ ਜੀਵਾਂ ਦੇ ਵੱਸ ਦੀ ਗੱਲ ਹੀ ਨਹੀਂ ਹੈ। ਪਰ ਥੋੜਾ ਜਿਹਾ ਧਾਰਮਿਕ ਗਿਆਨ ਰੱਖਣ ਵਾਲਾ ਬੰਦਾ ਉਛਲ ਕੇ ਪੈਂਦਾ, ਨਹੀਂ ਰੱਬ ਇਸ ਤਰ੍ਹਾਂ ਤੇ ਕਰ ਹੀ ਨਹੀਂ ਸਕਦਾ, ਇਹ ਨਹੀਂ ਹੋ ਸਕਦਾ। ਤੋ ਇਸ ਤਰ੍ਹਾਂ ਦੀਆਂ ਬਹਿਸਾਂ ਅੱਜ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਇਹਨਾਂ ਬਹਿਸਾਂ 'ਚ ਕੁਝ ਨਹੀਂ ਪਿਆ। ਰਾੜ ਕਰੇ ਕਿਆ ਪ੍ਰਾਣੀ, ਇਹਦਾ ਕੰਮ ਹੈ ਤਿਸੇ ਧਿਆਵੋ ਜੇ ਅਮਰ ਹੋਆ। ਜੇ ਕਰ ਲੋਗੇ ਤਿਸੇ ਧਿਆਵੋ ਸੱਚ ਸਮਾਵੋ, ਉਸ ਵਿਟੋਂ ਕੁਰਬਾਨ ਕੀਏ। ਆਪਣੀ ਹਉਮੈ, ਇਹ ਬਹਿਸ ਵੈਸੇ ਦੀ ਜਿਹੜੀ ਭਾਵਨਾ ਹੈ, ਆਪਣੇ ਆਪ ਨੂੰ ਠੀਕ ਸਾਬਤ ਕਰਨਾ, ਦੂਜਿਆਂ ਨੂੰ ਗਲਤ ਸਾਬਤ ਕਰਨਾ, ਇਹ ਮੈਂ ਨੂੰ ਹਉਮੈ ਨੂੰ ਪੱਠੇ ਪਾਣੇ, ਇਸ ਚੀਜ਼ਾਂ ਨੂੰ ਕੁਰਬਾਨ ਕਰ ਦੇਵੇ, ਤਿਆਗ ਦੇਵੇ, ਤਾਂ ਤੂੰ ਉਹਦਾ ਹੀ ਰੂਪ ਬਣ ਸਕਦਾ ਹੈ। ਅਗਲੀ ਪੌੜੀ ਜੋ ਹੈ 34 ਨੰਬਰ, ਉਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਹਾਂ ਹੈ ਹੋਰ ਨਾ ਕੋਈ ਦਾਤਾ, ਜੀ ਉਪਾਏ ਜਿਨ ਰਿਜ਼ਕ ਦਿਆ, ਹਰ ਨਾਮ ਧਿਆਵੋ ਹਰ ਨਾਮ ਸਮਾਵੋ, ਅਣ ਦਿਨ ਲਾਹਾ ਹਰ ਨਾਮ ਲਿਆ। ਇਹ ਵੀ ਗੁਰਮਤਿ ਦਾ ਇੱਕ ਬਹੁਤ ਵੱਡਾ ਸਿਧਾਂਤ ਹੈ। ਆਹੇ ਅੱਖਰ ਦੇ ਰਾਹੀਂ ਗੁਰੂ ਸਾਹਿਬ ਸਮਝਾ ਰਹੇ ਹਨ, ਹੋਰ ਨਾ ਕੋਈ ਦਾਤਾ, ਜੀ ਉਪਾਏ ਜਿਨ ਰਿਜ਼ਕ ਦਿਆ। ਉਹ ਪਰਮਾਤਮਾ ਹੀ ਨਿਰੋਲ ਇੱਕੋ ਇੱਕ ਦਾਤਾ ਹੈ। ਸਾਰੀਆਂ ਦਾਤਾਂ ਕੇਵਲ ਤੇ ਕੇਵਲ ਉਸ ਪਰਮਾਤਮਾ ਪਾਸੋਂ ਹੀ ਪ੍ਰਾਪਤ ਹੁੰਦੀਆਂ ਹਨ। ਕਈ ਲੋਕ ਸਮਝਦੇ ਹਨ ਕਿ ਮੈਂ ਤਾਂ ਆਪ ਮਿਹਨਤ ਕਰਦਾ ਹਾਂ, ਮੈਂ ਆਪਣੀ ਅਕਲ ਦੀ ਵਰਤੋਂ ਕਰਦਾ ਹਾਂ, ਮੈਂ ਆਪਣੇ ਸਰੀਰਕ ਬਲ ਦੀ ਵਰਤੋਂ ਕਰਦਾ ਹਾਂ, ਮਿਹਨਤ ਕਰਦਾ ਹਾਂ, ਤਾਂ ਮੇਰੀ ਕਮਾਈ ਹੁੰਦੀ ਹੈ, ਮੈਂ ਆਪਣਾ ਰਿਜ਼ਕ ਆਪ ਕਮਾਉਂਦਾ ਹਾਂ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਅਕਲ ਮੈਂ ਵਰਤੋਂ ਕਰ ਰਿਹਾ ਹਾਂ, ਜੋ ਸਰੀਰਕ ਬਲ ਦੀ ਵਰਤੋਂ ਮੈਂ ਕਰ ਰਿਹਾ ਹਾਂ, ਉਹ ਮੈਨੂੰ ਕਿੱਥੋਂ ਮਿਲਿਆ ਹੈ, ਮੈਂ ਕਿੱਥੋਂ ਲੈ ਕੇ ਆਇਆ ਹਾਂ? ਉਹ ਤਾਂ ਪਰਮਾਤਮਾ ਦੀ ਹੀ ਦਾਤ ਹੈ। ਕੋਈ ਬਾਜ਼ਾਰ ਐਸਾ ਨਹੀਂ ਹੈ ਜਿਹੜਾ ਇਨਸਾਨ ਨੂੰ ਅਕਲ ਦੀ ਦਾਤ, ਦਿਮਾਗ ਦੀ ਦਾਤ ਦੇਵੇ, ਜਿਹੜਾ ਸਰੀਰ ਦੇ ਜੋ ਸਾਰੀਆਂ ਸ਼ਕਤੀਆਂ ਹਨ, ਜੋ ਸਾਡੇ ਸਰੀਰ ਦੇ ਇੰਦਰੀ ਹਨ, ਗਿਆਨ ਇੰਦਰੀ ਹਨ, ਕਰਮ ਇੰਦਰੀ ਹਨ,
ਉਹਨਾਂ ਦਾ ਕੋਈ ਬਾਜ਼ਾਰ ਨਹੀਂ ਹੈ ਜਿੱਥੋਂ ਅਸੀਂ ਕਿਸੇ ਕੋਈ ਚੀਜ਼ ਮੁੱਲ ਖਰੀਦ ਕੇ ਲਿਆਉਂਦੇ ਹਾਂ। ਤੇ ਮੁੱਲ ਖਰੀਦਣ ਵਾਸਤੇ ਸਾਡੇ ਕੋਲ ਕੁਛ ਹੈ ਵੀ ਕਿੱਥੋਂ ਸੀਗਾ। ਜੋ ਕੁਝ ਵੀ ਅਸੀਂ ਹਾਸਲ ਕੀਤਾ ਹੈ ਉਹ ਸਭ ਪ੍ਰਮਾਤਮਾ ਦੀ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਹੀ ਹਾਸਲ ਕੀਤਾ ਹੈ। ਤੋ ਇਸ ਲਈ ਇਹ ਸਿਧਾਂਤ ਦੀ ਗੱਲ ਹੈ ਕਿ ਹੋਰ ਨਾ ਕੋਈ ਦਾਤਾ, ਉਹ ਪ੍ਰਮਾਤਮਾ ਹੀ ਨਿਰੋਲ ਦਾਤਾ ਹੈ। ਇਨਸਾਨ ਨੂੰ ਭੁਲੇਖਾ ਪੈ ਜਾਂਦਾ ਹੈ, ਕੋਈ ਕਿਸੇ ਮੰਤਰੀ ਨੂੰ, ਕੋਈ ਕਿਸੇ ਰਾਜੇ ਨੂੰ, ਕੋਈ ਕਿਸੇ ਧਨਾੜ ਸੇਠ ਨੂੰ, ਇਹ ਆਪਣੇ ਦਫ਼ਤਰ ਦੇ ਬੌਸ ਨੂੰ ਆਪਣਾ ਦਾਤਾ ਮੰਨਣ ਲੱਗ ਪੈਂਦਾ ਹੈ। ਪਰ ਇਹ ਸਭ ਜੀਵਾਂ ਦੇ ਭੁਲੇਖੇ ਹਨ। ਇੱਥੇ ਸਭ ਕੋਈ ਮੰਗਤੇ ਹਨ, ਇੱਕ ਦਾਤਾ ਸਭ ਮੰਗਤੇ। ਦੁਨੀਆ ਦੇ ਵਿੱਚ ਹਰ ਕੋਈ ਹੀ ਮੰਗਤਾ ਹੈ। ਇੱਕ ਬੜੀ ਸੁੰਦਰ ਕਥਾ ਆਉਂਦੀ ਹੈ ਅਕਬਰ ਬਾਦਸ਼ਾਹ ਦੇ ਵੇਲੇ ਦੀ, ਕਿ ਉਹਦੇ ਦਰਬਾਰ ਦੇ ਵਿੱਚ ਇੱਕ ਪ੍ਰੋਵੀਜ਼ਨ ਸੀਗਾ ਕਿ ਕੋਈ ਇੱਕ ਸਮਾਂ ਮਿਥਿਆ ਗਿਆ ਸੀਗਾ ਜਦੋਂ ਲੋਕ, ਜਨਤਾ ਦੇ ਆਮ ਲੋਕ ਆ ਕੇ ਬਾਦਸ਼ਾਹ ਦੇ ਕੋਲ ਆਪਣੀਆਂ ਲੋੜਾਂ, ਆਪਣੀ ਫਰਿਆਦ ਕਰ ਸਕਦੇ ਸਨ। ਉਹ ਕਹਿੰਦੇ ਹਨ ਕਿ ਇੱਕ ਆਦਮੀ ਉਸ ਸਮੇਂ ਦੇ ਵਿੱਚ ਆਇਆ ਤੇ ਬਾਦਸ਼ਾਹ ਉਸ ਵੇਲੇ ਨਮਾਜ਼ ਪੜ੍ਹ ਰਿਹਾ ਸੀ ਤੇ ਉਹਨੇ ਨਮਾਜ਼ ਦਾ ਤਕਰੀਬਨ ਆਖਰੀ ਸਮਾਂ ਸੀਗਾ ਤੇ ਉਹ ਉਸਨੇ ਦੇਖਿਆ, ਥੋੜੀ ਦੇਰ ਖੜੋਤਾ ਰਿਹਾ ਤੇ ਫਿਰ ਉਸ ਤੋਂ ਬਾਅਦ ਉਹ ਉੱਥੋਂ ਵਾਪਸ ਜਾਣ ਲੱਗ ਗਿਆ। ਉਨੀ ਦੇਰ ਨੂੰ ਨਮਾਜ਼ ਬਾਦਸ਼ਾਹ ਦੀ ਖਤਮ ਹੋ ਚੁੱਕੀ ਸੀ। ਉਹਨੇ ਦੇਖਿਆ ਬੰਦਾ ਤੇ ਵਾਪਸ ਜਾ ਰਿਹਾ ਤੇ ਉਹਨੇ ਉਸਨੂੰ ਵਾਪਸ ਬੁਲਵਾਇਆ ਕਿ ਬਈ ਤੂੰ ਕੁਝ ਮੰਗਣ ਆਇਆ ਸੀਗਾ ਤੇ ਮੈਂ ਤੂੰ ਵਾਪਸ ਕਿਉਂ ਜਾ ਰਿਹਾ ਹੈ। ਉਹ ਕਹਿਣ ਲੱਗਾ ਜੀ ਮੈਂ ਮੰਗਤੇ ਕੋਲੋਂ ਕੀ ਮੰਗਣਾ ਹੈ। ਮੈਂ ਵੇਖਿਆ ਤੁਸੀਂ ਵੀ ਉੱਥੋਂ ਰੱਬ ਕੋਲੋਂ ਮੰਗ ਰਹੇ ਹੋ ਤੇ ਮੈਂ ਕਿਹਾ ਫਿਰ ਮੈਂ ਵੀ ਰੱਬ ਕੋਲੋਂ ਹੀ ਮੰਗ ਲੈਂਦਾ, ਜਿਹਦੇ ਕੋਲੋਂ ਤੁਸੀਂ ਮੰਗ ਰਹੇ ਹੋ ਤੁਹਾਡੇ ਕੋਲੋਂ ਮੰਗ ਰਿਹਾ, ਮੈਂ ਕੀ ਕਰਨਾ ਹੈ। ਉਹ ਦਾਤੇ ਕੋਲੋਂ ਹੀ ਮੰਗਣਾ ਬੰਦਾ ਹੈ, ਕਿਸੇ ਮੰਗਤੇ ਕੋਲੋਂ ਮੰਗਣ ਦੀ ਕੋਈ ਜ਼ਰੂਰਤ ਨਹੀਂ ਹੈ। ਇਹੀ ਗੱਲ ਗੁਰੂ ਸਾਹਿਬ ਦ੍ਰਿੜ ਕਰਵਾ ਰਹੇ ਹਨ, ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜ਼ਕ ਦਿਆ, ਜਿਸਨੇ ਇਹ ਸਾਰੇ ਜੀਵਾਂ ਨੂੰ ਪੈਦਾ ਕਰਕੇ ਤੇ ਸਭ ਜੀਵਾਂ ਨੂੰ ਰਿਜ਼ਕ ਦਿੱਤਾ ਹੈ, ਸਭ ਨੂੰ ਦਾਤਾਂ ਦਿੱਤੀਆਂ ਹਨ। ਜੋ ਕੁਝ ਵੀ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਵਰਤਣਾ ਹੈ ਉਹ ਸਭ ਕੁਝ ਪਰਮਾਤਮਾ ਪਾਸੋਂ ਹੀ ਪ੍ਰਾਪਤ ਹੁੰਦਾ ਹੈ। तो इसलिए अगली पंक्ति 'ਚ ਗੁਰੂ ਸਾਹਿਬ ਇਹ ਗੱਲ ਸਮਝਾ ਰਹੇ ਹਨ ਕਿ ਇਤਨਾ ਵੱਡਾ ਜੋ ਦਾਤਾ ਹੈ ਉਹਨੂੰ ਕਿਉਂ ਭੁੱਲ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਤਾਂ ਕੋਈ ਚੰਗੀ ਗੱਲ ਨਹੀਂ ਹੈ, ਇਹ ਤਾਂ ਅਕਿਰਤ ਘਨਤਾ ਹੈ। ਉਹ ਇਸ ਲਈ ਆਪਣੇ ਫਰਜ਼ ਦੀ ਪਛਾਣ ਕਰਾਉਂਦਿਆਂ ਗੁਰੂ ਸਾਹਿਬ ਕਹਿੰਦੇ ਹਨ ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਣ ਦਿਨ ਲਾਹਾ ਹਰ ਨਾਮ ਲਿਆ। ਉਸੇ ਹਰੀ ਦਾ ਨਾਮ ਹੀ ਸਿਮਰਦੇ ਰਹੋ, ਉਸੇ ਦਾ ਹੀ ਧਿਆਨ ਧਰਦੇ ਰਹੋ ਅਤੇ ਉਸ ਹਰੀ ਦੇ ਨਾਮ ਦੇ ਵਿੱਚ ਇਸ ਆਪਣੇ ਆਪ ਨੂੰ ਸਮਾ ਦਿਓ, ਆਪਣੀ ਸੁਰਤ ਨੂੰ ਉਹਦੇ ਅੰਦਰ ਹੀ ਲੀਨ ਕਰ ਦਿਓ, ਉਹਦੇ ਨਾਲ ਹੀ ਇਕਮਿਕ ਹੋ ਜਾਓ। ਕਿਉਂਕਿ ਉਹ ਪਰਮਾਤਮਾ ਤਾਂ ਸਰਵ ਵਿਆਪਕ ਹੈ, ਸਭ ਜਗ੍ਹਾ ਮੌਜੂਦ ਹੈ। ਫਰਕ ਸਿਰਫ ਸਾਡੀ ਨਜ਼ਰ ਦਾ ਹੈ, ਸਾਡੀ ਸੋਚ ਦਾ ਹੈ ਕਿ ਸਾਨੂੰ ਉਹ ਨਜ਼ਰ ਆਉਂਦਾ ਨਹੀਂ ਹੈ। ਸਾਨੂੰ ਕੋਈ ਦੁਸ਼ਮਣ ਨਜ਼ਰ ਆਉਂਦਾ ਹੈ, ਕੋਈ ਆਪਣਾ ਨਜ਼ਰ ਆਉਂਦਾ ਹੈ, ਕੋਈ ਬੇਗਾਨਾ ਨਜ਼ਰ ਆਉਂਦਾ ਹੈ, ਕੋਈ ਚੰਗਾ ਨਜ਼ਰ ਆਉਂਦਾ ਹੈ, ਕੋਈ ਮਾੜਾ ਨਜ਼ਰ ਆਉਂਦਾ ਹੈ। ਪਰ ਜੇ ਗੱਲ ਸਾਡੀ ਅਕਲ ਦੇ ਵਿੱਚ, ਸਾਡੀ ਸੋਚ ਦੇ ਵਿੱਚ ਟਿਕ ਜਾਵੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜੇ ਸਭ ਦੇ ਵਿੱਚ ਉਹਦੀ ਜੋਤ ਸਾਨੂੰ ਸਮਝ ਆ ਜਾਵੇ, ਸਾਡਾ ਮਨ ਮੰਨ ਜਾਵੇ, ਤਾਂ ਫਿਰ ਹਰ ਨਾਮ ਧਿਆਵੋ, ਹਰ ਨਾਮ ਸਮਾਵੋ। ਇਹ ਕਰਨਾ ਸਾਡੇ ਵਾਸਤੇ ਹੋਰ ਸੌਖਾ ਹੋ ਜਾਏਗਾ। ਤਾਂ ਫਿਰ ਜੇ ਅਸੀਂ ਕੰਮ ਕਰਨ ਵਿੱਚ ਕਾਮਯਾਬ ਹੋ ਜਾਈਏ, ਜੇ ਇਸ ਪਾਸੇ ਆਪਣਾ ਧਿਆਨ ਟਿਕਾ ਲਈਏ, ਉਸ ਦੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਈਏ, ਉਹਦੇ ਵਿੱਚ ਇਸ ਤਰ੍ਹਾਂ ਟਿਕੇ ਰਹੀਏ, ਤਾਂ ਫਿਰ ਅਣ ਦਿਨ ਲਾਹਾ ਹਰ ਨਾਮ ਲਿਆ। ਤਾਂ ਅਸਲ ਪੜ੍ਹਿਆ ਲਿਖਿਆ, ਅਸਲ ਜੀਵਨ ਨੂੰ ਸਫਲ ਕਰਨ ਵਾਲਾ ਇਨਸਾਨ ਉਹੀ ਹੈ ਜਿਹੜਾ ਦਿਨ ਰਾਤ ਇਸ ਯਾਦ ਦਾ, ਇਸ ਨਾਮ ਨੂੰ ਧਿਆਨ ਦਾ ਲਾਭ ਹਾਸਲ ਕਰ ਲੈਂਦਾ ਹੈ। ਭਾਵ ਕਿ ਇਹ ਅੱਠੇ ਪਹਿਰ ਇੱਕ ਤੈਲੀਮ ਹੈ। ਉਹ ਇੱਕੋ ਹੀ ਦੇ ਅੰਦਰ, ਇਸ ਪਰਮਾਤਮਾ ਦੇ ਅੰਦਰ ਹੀ ਲਿਵ ਜਿਹਦੀ ਜੁੜੀ ਰਹਿੰਦੀ ਹੈ। ਅੱਠੇ ਪਹਿਰ, ਹੁਣ ਇਹ ਅੱਠੇ ਪਹਿਰ ਵਰਗੇ ਲਫ਼ਜ਼ ਜਦੋਂ ਆਉਂਦੇ ਹਨ, ਸਾਥ ਸਾਥ ਸਿਮਰੋ ਗੋਬਿੰਦ ਜਦੋਂ ਲਫ਼ਜ਼ ਆਉਂਦੇ ਹਨ, ਤੇ ਸਾਨੂੰ ਇਸ ਗੱਲ ਨੂੰ ਤੇ ਸਵੀਕਾਰ ਕਰ ਹੀ ਲੈਣਾ ਚਾਹੀਦਾ ਹੈ ਕਿ ਇਹ ਐਕਟੀਵਿਟੀ ਕੋਈ ਮਕੈਨੀਕਲ ਐਕਟੀਵਿਟੀ, ਕੋਈ ਮਾਲਾ ਫੜ ਕੇ ਕਿਸੇ ਇੱਕ ਅੱਖਰ ਨੂੰ ਬਾਰ-ਬਾਰ ਰਿਪੀਟ ਕਰਨ ਦੀ ਐਕਟੀਵਿਟੀ ਨਹੀਂ ਹੋ ਸਕਦੀ। ਜਿਹੜਾ ਇਨਸਾਨ ਇਹ ਸਮਝਦਾ ਹੈ ਕਿ ਇੱਕ ਅੱਖਰ ਨੂੰ ਬਾਰ-ਬਾਰ ਰਿਪੀਟ ਕਰਨਾ ਹੀ ਨਾਮ ਸਿਮਰਨ ਹੈ, ਤਾਂ ਉਹ ਵਾਲਾ ਨਾਮ ਸਿਮਰਨ ਤਾਂ ਅੱਠੇ ਪਹਿਰ ਹੋ ਨਹੀਂ ਸਕਦਾ। ਕਿਉਂਕਿ ਉਹਦੇ ਵਾਸਤੇ ਸਾਨੂੰ ਜੇ ਮਾਲਾ ਦੇ ਰਾਹੀਂ ਅਸੀਂ ਸਹਾਇਤਾ ਲੈ ਕੇ ਸਿਮਰਨ ਕਰਨਾ ਹੈ ਤੇ ਹੱਥ 'ਚ ਮਾਲਾ ਫੜ ਕੇ ਮਨ ਕੇ ਅੱਗੇ ਕਰਨੇ ਪੈਣਗੇ। ਜੇ ਮੂੰਹ ਤੋਂ ਜੀਭ ਨਾਲ ਕਿਸੇ ਅੱਖਰ ਨੂੰ ਰਿਪੀਟ ਕਰਨਾ ਹੀ ਸਿਮਰਨ ਹੈ ਤੇ ਸਾਡੀ ਜੀਭ ਨੂੰ ਹਰ ਵੇਲੇ ਚੱਲਣਾ ਪਵੇਗਾ। ਕਿ ਉਹ ਤਾਂ ਹੀ ਚੱਲੇਗਾ ਜੇ ਅਸੀਂ ਜਾਗਰਤ ਅਵਸਥਾ 'ਚ ਹੋਵਾਂਗੇ। ਸੁੱਤਿਆਂ ਹੋਇਆਂ ਤਾਂ ਜੀਭ ਨਹੀਂ ਚੱਲਦੀ, ਮੂੰਹ ਤੋਂ ਆਵਾਜ਼ ਨਹੀਂ ਨਿਕਲਦੀ। ਹਰ ਵਕਤ ਲਗਾਤਾਰ 24 ਘੰਟੇ ਦਾ ਇਹ ਕੰਮ ਨਹੀਂ ਮੁਮਕਿਨ ਹੈਗਾ। ਪਰ ਗੁਰਬਾਣੀ ਕਹਿੰਦੀ ਹੈ ਅੱਠੇ ਪਹਿਰ ਇੱਕ ਤੈਲੀਮ ਹੈ।
ਜਾਂ ਸਾਥ-ਸਾਥ ਸਿਮਰੋ ਗੋਬਿੰਦ, ਹਰ ਸਵਾਸ ਦੇ ਨਾਲ ਪਰਮਾਤਮਾ ਨੂੰ ਸਿਮਰੋ। ਕਈ ਲੋਕੀ ਇਹਨੂੰ ਸਮਝ ਲੈਂਦੇ ਹਨ ਕਿ ਸਾਹ ਅੰਦਰ ਖਿੱਚੋ ਤੇ ਬਾਹਰ ਕੱਢੋ, ਉਹਦੇ ਨਾਲ ਇਸ ਤਰ੍ਹਾਂ ਸਿਮਰਨ ਕਰਨ ਦੀ ਜੁਗਤੀ ਹੈ। ਪਰ ਜੇ ਇਹ ਜੁਗਤੀ ਹੁੰਦੀ ਤਾਂ ਇਹ ਦਿਨੇ ਤੱਕ ਚਲੋ ਕਿਸੇ ਤਰੀਕੇ ਕੁਝ ਟਾਈਮ ਵਾਸਤੇ ਮੈਨੇਜ ਹੋ ਜਾਂਦੀ। ਸਾਰਾ ਟਾਈਮ ਤਾਂ ਉਹ ਵੀ ਮੁਮਕਿਨ ਨਹੀਂ ਹੈ, ਖਾਣਾ ਪੀਣਾ ਹੋਰ ਕਈ ਕੰਮ ਕਰਨੇ, ਜ਼ਿੰਦਗੀ ਦੇ ਵਿੱਚ ਕਿਸੇ ਨਾਲ ਗੱਲਬਾਤ ਕਰਨੀ, ਤਾਂ ਉਸ ਵੇਲੇ ਤਾਂ ਉਹਦੇ 'ਚ ਬ੍ਰੇਕ ਪੈ ਹੀ ਜਾਣੀ ਸੀ। ਪਰ ਚਲੋ ਜੇ ਕਾਫੀ ਹੱਦ ਤੱਕ ਜਿਹੜੇ ਕੋਈ ਬੰਦਾ ਜ਼ੋਰ ਜ਼ਬਰਦਸਤੀ ਕਰਕੇ ਹਟ ਕਰਕੇ ਮੈਨੇਜ ਕਰ ਵੀ ਲਵੇ, ਤਾਂ ਜਿੰਨਾ ਟਾਈਮ ਸੁੱਤਾ ਹੋਇਆ ਹੈ ਉਸ ਵੇਲੇ ਕੀ ਹੋਏਗਾ, ਉਦੋਂ ਕਿਵੇਂ ਧਿਆਇਆ ਜਾਏਗਾ, ਉਦੋਂ ਸਾਹ ਕੱਢਣ ਦੇ ਨਾਲ ਵਾਹ ਤੇ ਅੰਦਰ ਲਿਜਾਣ ਵੇਲੇ ਗੁਰੂ ਕਿਸ ਤਰ੍ਹਾਂ ਕੀਤਾ ਜਾਏਗਾ। तो ये सब ਜਿਹੜੀਆਂ ਜੁਗਤੀਆਂ ਹਨ, ਇਹ ਸਭ ਭੁਲੇਖੇ ਵਿੱਚ ਪਾਉਣ ਵਾਲੀਆਂ ਹਨ। ਅਸਲ ਧਿਆਨ ਹੈ ਸੁਰਤ ਦੇ ਅੰਦਰ ਪ੍ਰਮਾਤਮਾ ਦੀ ਯਾਦ ਨੂੰ ਟਿਕਾਣਾ, ਪ੍ਰਮਾਤਮਾ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨਾ। ਉਹ ਅਣ ਦਿਨ ਰਾਤ ਅੱਠੇ ਪਹਿਰ ਇਹ ਲਾਭ ਇਸੇ ਤਰ੍ਹਾਂ ਹੀ ਲਿਆ ਜਾ ਸਕਦਾ ਹੈ ਕਿ ਸਾਡੀ ਸੋਚ ਦੇ ਅੰਦਰ, ਸਾਡੀ ਸੁਰਤ ਦੇ ਅੰਦਰ ਪ੍ਰਭੂ ਦਾ ਨਾਮ, ਪ੍ਰਭੂ ਦੀ ਯਾਦ, ਪ੍ਰਭੂ ਦਾ ਪਿਆਰ ਵਸਿਆ ਰਵੇ। ਕਿਸੇ ਵਕਤ ਵੀ ਸਾਨੂੰ ਇਹ ਯਾਦ ਭੁੱਲੇ ਨਾ। ਆਮ ਤੌਰ ਤੇ ਇਨਸਾਨ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ। ਮਾਇਆ ਦੀਆਂ ਚੀਜ਼ਾਂ ਮਨ ਵਿੱਚ ਯਾਦ ਰਹਿ ਜਾਂਦੀਆਂ ਹਨ, ਪ੍ਰਮਾਤਮਾ ਦੀ ਯਾਦ ਵਿੱਚੋਂ ਨਿਕਲ ਜਾਂਦੀ ਹੈ। ਪਰ ਅਗਰ ਜੇ ਮਾਇਆ ਦੇ ਪਿਆਰ ਨੂੰ ਛੱਡ ਕੇ ਪ੍ਰਭੂ ਨਾਲ ਪਿਆਰ ਪਾ ਲਿਆ ਜਾਵੇ, ਜਿਹਦਾ ਪਿਆਰ ਹੋਵੇ ਮਨ ਦੇ ਅੰਦਰ, ਉਹਦੀ ਯਾਦ ਆਟੋਮੈਟਿਕ ਹੋ ਜਾਂਦੀ ਹੈ। ਤੁਸੀਂ ਕਿਸੇ ਵੀ ਮਾਂ ਨੂੰ ਕਦੀ ਨਹੀਂ ਦੇਖਿਆ ਹੋਵੇਗਾ ਕਿ ਉਹ ਆਪਣੇ ਬੱਚੇ ਦੇ ਨਾਮ ਦਾ ਰਿਪੀਟ ਕਰਦੀ ਹੋਵੇ ਜਾਂ ਮਾਲਾ ਲੈ ਕੇ ਬੱਚੇ ਦਾ ਨਾਮ ਜਪਦੀ ਹੋਵੇ। ਉਹਦੇ ਅੰਦਰ ਕੁਦਰਤੀ ਬੱਚੇ ਵਾਸਤੇ ਪਿਆਰ ਦੀ ਭਾਵਨਾ ਹੁੰਦੀ ਹੈ। ਉਹ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁ ਬਚਰਾ ਚੀਤ ਸੁ ਬਾਰਕ ਰਾਖੀ ਵਾਲੇ ਕੰਮਕਾਰ ਕਰਦੀ ਹੋਈ ਵੀ ਉਹ ਬੱਚੇ ਨੂੰ ਆਪਣੇ ਸੁਰਤ ਵਿੱਚ, ਆਪਣੀ ਯਾਦ ਵਿੱਚ ਰੱਖਦੀ ਹੈ। ਉਹਦਾ ਹਮੇਸ਼ਾ ਧਿਆਨ ਬੱਚੇ ਦੇ ਵੱਲ ਹੁੰਦਾ ਹੈ ਕਿ ਉਹਨੂੰ ਕੋਈ ਤਕਲੀਫ ਤਾਂ ਨਹੀਂ ਹੋ ਰਹੀ, ਕਿ ਉਹਦੀ ਨੀਂਦ ਤਾਂ ਨਹੀਂ ਖੁੱਲ ਗਈ, ਉਹਨੂੰ ਕੋਈ ਤਕਲੀਫ ਤਾਂ ਨਹੀਂ ਹੋ ਰਹੀ, ਉਹਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਉਹਦਾ ਹਮੇਸ਼ਾ ਧਿਆਨ ਰਹਿੰਦਾ ਹੈ। ਉਹ ਇਸੇ ਤਰੀਕੇ ਦੇ ਨਾਲ ਹੀ ਇਨਸਾਨ ਦਾ ਧਿਆਨ ਪ੍ਰਮਾਤਮਾ ਦੇ ਨਾਮ ਦੇ ਨਾਲ ਹਰ ਚੀਜ਼ ਦੇ ਵਿੱਚ, ਕੁਦਰਤ ਦੇ ਵਿੱਚ, ਹਰ ਘਟਨਾ ਦੇ ਵਿੱਚ, ਹਰ ਇਨਸਾਨ ਦੇ ਅੰਦਰ ਉਹ ਪ੍ਰਮਾਤਮਾ ਦੀ ਹੋਂਦ ਦਾ ਜੇ ਅਹਿਸਾਸ ਇਨਸਾਨ ਨੂੰ ਹੋ ਜਾਵੇ ਤਾਂ ਇਹ ਅੱਠੇ ਪੈਰ ਦਾ ਸਿਮਰਨ ਹੀ ਹੈ। तो गुरु साहब उसे कल ਦੀ ਪ੍ਰੇਰਣਾ ਕਰ ਰਹੇ ਹਨ, ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਨ ਦਿਨ ਦਿਨ ਰਾਤ ਅੱਠੇ ਪੈਰ, ਹਰ ਸਵਾਸ ਹਰ ਪਲ ਲਾਹਾ ਹਰ ਨਾਮ ਲਿਆ। ਪ੍ਰਭੂ ਦੇ ਨਾਮ ਦਾ ਲਾਭ ਜਿਨ੍ਹਾਂ ਨੇ ਖਟਿਆ ਹੈ ਉਹ ਇਸੇ ਤਰੀਕੇ ਨਾਲ ਹੀ ਹੋਇਆ ਹੈ, ਜਿਹੜੇ ਅੱਠੇ ਪੈਰ ਉਹਦੇ ਨਾਮ ਨੂੰ ਧਿਆਉਂਦੇ ਹਨ, ਉਹਦੇ ਵਿੱਚ ਹੀ ਸਮਾ ਜਾਂਦੇ ਹਨ। ਅੰਤਲੀ ਪੌੜੀ ਜੋ 35 ਨੰਬਰ ਹੈ, ਹੁਣ ਉਹਦੇ ਵਿੱਚ ਗੁਰੂ ਸਾਹਿਬ ਫਰਮਾ ਰਹੇ ਹਨ, ਪਾਇੜਾ आप करे जिन छोड़ी, जो किछ करना सो कर रहा, करे कराए सब किछ जाने, नानक शायर इव कया। ये लफज जड़ा अखीरली पंक्ति च आया है, नानक शायर। इत्थे स्पैलिंग वैसे सस्से नूं कन्ना ईड़ी नूं सियारी ते रारा है, पर सायर लफज जड़ा है ਉਹਦਾ ਇੱਕ अर्थ होर भी ਹੁੰਦਾ है। सायर समुंदर वास्ते भी आता है, पर इत्थे तो समुंदर की गल हो नहीं सकती। इत्थे तो गुरु नानक साहब अपने आप को शायर कह के ते गल कर रहे हैं कि नानक शायर ने ये गल इस तरह की है। तो भावें सस्से थले बिंदी नहीं भी लगी हुई, ਇਹਦਾ सही अर्थ ਤਾਂ ही निकलेगा जे ਇਹਨੂੰ शायर करके ਇਹਨੂੰ पढ़िया और समझा जाएगा। तो ऐड़े अखर दे राही अखीर ते उत्ते अखीरले बंद गुरु साहब कहते हैं कि आप करे जिन छोड़ी, जो किछ करना तो कर रहा। जिस जिन का अर्थ वही है जिस परमात्मा ने कर छोड़ी, आप करे जिन छोड़ी। जिस परमात्मा ने ये आप करे, आप बना के, सृष्टि वाल रेफरेंस है, जिन्हें सारी जगत की रचना करके छड़ी है, बनाई है, पैदा की है, जिन्हें सारी रचना बना दी है। इस सृष्टि के अंदर, इस जगत के अंदर जो कुछ करना सो कर रहा। उन्हें जो करना है वो कर लेंदा है, कर देंदा है, करी जा रहा है, सो कर रहा। ये कंटिन्यूअस प्रेजेंट टेंस की गल है कि हर वक्त वो कर रहा है कि जो कुछ करना, जो उन्हें करना होंदा वो कर रहा है। तो भाव की है कि वो किसी पासों सलाह नहीं लैंदा, उन्होंने कोई सजेशन दे नहीं सकता, उन्होंने कोई ये नहीं कह सकता कि इउं नहीं तो इउं कर। बड़े बड़े दुनिया के अंदर अपने आप को दलाल लोग ही कह सकते हैं, ਜਿਹੜੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਜੀ ਤੁਹਾਡਾ ਸਮਾਂ ਖਰਾਬ ਹੈ, ਤੁਹਾਡੀ ਗ੍ਰਹਿ ਅਵਸਥਾ ਖਰਾਬ ਹੈ, ਤੁਹਾਡੇ ਨਸੀਬ ਕਿਸਮਤ ਵਿੱਚ ਠੀਕ ਨਹੀਂ ਲਿਖੇ ਹੋਏ ਲੇਖ
ਅਸੀਂ ਫਲਾਣੇ ਕਰਮ ਕਰਾਂਗੇ, ਇਹ ਕਰਾਂਗੇ, ਤੁਹਾਡੀ ਕਿਸਮਤ ਬਦਲ ਜਾਏਗੀ, ਤੁਹਾਡੇ ਲੇਖ ਬਦਲ ਜਾਣਗੇ, ਤੁਹਾਡੇ ਤੋਂ ਕਾਲ ਜਿਹੜੇ ਬੁਰੀ ਨਜ਼ਰ ਗ੍ਰਹਿਆਂ ਦੀ ਹਟ ਜਾਏਗੀ, ਤੇ ਜੋ ਕੁਝ ਨਹੀਂ ਹੋ ਰਿਹਾ ਸੀਗਾ, ਉਹ ਜੋ ਤੁਹਾਡੀ ਕਿਸਮਤ 'ਚ ਨਹੀਂ ਸੀ ਲਿਖਿਆ, ਉਹ ਲਿਖਿਆ ਜਾਏਗਾ। ਫਲਾਣਾ ਕਈ ਤਰ੍ਹਾਂ ਦੇ ਭਰਮ ਜਾਲ ਵਿੱਚ ਲੋਕ ਦੁਨੀਆ 'ਚ ਫਸਾਉਂਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਪਰ ਹੋਣਾ ਉਹੀ ਕੁਝ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ। ਕੋਈ ਇਨਸਾਨ ਪਰਮਾਤਮਾ ਨੂੰ ਨਹੀਂ ਕਹਿ ਸਕਦਾ ਕਿ ਤੂੰ ਇੰਝ ਨਹੀਂ ਕਰ ਤੇ ਇੰਝ ਕਰ। ਆਪਣੇ ਆਪ ਨੂੰ, ਆਪਣੀ ਸੋਚ ਨੂੰ ਪਰਮਾਤਮਾ ਦੇ ਹੁਕਮ ਦੇ ਅਨੁਕੂਲ ਕਰ ਲੈਣਾ, ਇਹ ਤਾਂ ਇਨਸਾਨ ਵਾਸਤੇ ਮੁਮਕਿਨ ਹੈ। ਪਰ ਇਹ ਮੁਮਕਿਨ ਨਹੀਂ ਹੈ ਕਿ ਆਪਣੀ ਸੋਚ ਦੇ ਮੁਤਾਬਕ ਪਰਮਾਤਮਾ ਦੀ ਸੋਚ ਨੂੰ ਬਦਲ ਦੇਣਾ। ਉਹ ਮੁਮਕਿਨ ਨਹੀਂ ਹੈ। ਸੋ ਇਹ ਗੱਲ ਬਾਰ-ਬਾਰ ਗੁਰਬਾਣੀ 'ਚ ਆਉਂਦੀ ਹੈ ਕਿ ਜੋ ਕੁਛ ਕਰਨਾ ਸੋ ਕਰ ਰਿਹਾ। ਜੋ ਪਰਮਾਤਮਾ ਨੇ ਕਰਨਾ ਹੈ, ਉਹੀ ਕੁਝ ਹੁੰਦਾ ਹੈ, ਉਹੀ ਕੁਝ ਉਹ ਕਰਦਾ ਹੈ। ਉਹਨੂੰ ਕੋਈ ਰਾਏ ਨਹੀਂ ਦੇ ਸਕਦਾ, ਉਹਨੂੰ ਕੋਈ ਸਲਾਹ ਨਹੀਂ ਦੇ ਸਕਦਾ। ਫਿਰ ਕਈਆਂ ਦੇ ਮਨ 'ਚ ਸਵਾਲ ਆ ਜਾਂਦਾ ਹੈ ਕਿ ਜੇ ਉਹੀ ਕੁਝ ਹੋਣਾ ਹੈ, ਜੋ ਪਰਮਾਤਮਾ ਨੇ ਕਰਨਾ ਹੈ, ਤੇ ਫਿਰ ਸਾਨੂੰ ਅਰਦਾਸ ਕਰਨ ਦੀ ਕੀ ਲੋੜ ਹੈ? ਬਈ ਅਰਦਾਸ ਕਰਕੇ ਅਸੀਂ ਕੁਝ ਬਦਲ ਥੋੜ੍ਹਾ ਲੈਣਾ ਹੈ। ਹੁਣ ਜੋ ਹੋਣਾ ਹੈ, ਉਹ ਤੇ ਹੋਣਾ ਹੀ ਹੈ। ਫਿਰ ਅਸੀਂ ਕਿਉਂ ਅਰਦਾਸ ਕਰੀਏ? ਪਰ ਇਹ ਕਨਸੈਪਟ ਜਿਹੜਾ ਹੈ ਅਰਦਾਸ ਦਾ, ਗੁਰਮਤਿ ਦਾ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਹੈ, ਜਿਹਦੀ ਪ੍ਰੇਰਨਾ ਗੁਰੂ ਸਾਹਿਬ ਆਪ ਕਰਦੇ ਹਨ। ਔਰ ਇਹ ਅਰਦਾਸ ਹੀ ਇੱਕ ਵਸੀਲਾ ਹੈ ਜੀਵਾਂ ਵਿੱਚ ਅਤੇ ਪਰਮਾਤਮਾ ਦੇ ਵਿੱਚ ਪਿਆਰ ਦਾ ਇੱਕ ਰਿਸ਼ਤਾ ਜੋੜਨ ਦਾ। ਜਿਸ ਵੇਲੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਤਾਂ ਅਸੀਂ ਆਪਣੀ ਮਨ ਦੀ ਅਵਸਥਾ ਪਰਮਾਤਮਾ ਦੇ ਨਾਲ ਸ਼ੇਅਰ ਕਰਦੇ ਹਾਂ, ਸਾਂਝੀ ਕਰਦੇ ਹਾਂ। ਅਸੀਂ ਆਪਣੇ ਦਿਲ ਦੀ ਅਵਸਥਾ ਦੱਸਦੇ ਹਾਂ। ਅਸੀਂ ਇਹ ਆਪਣੇ ਜੋ ਮਨ ਦੇ ਵਿੱਚ ਸਾਨੂੰ ਜੇ ਕੋਈ ਕਮੀ ਜ਼ਿੰਦਗੀ 'ਚ ਮਹਿਸੂਸ ਹੁੰਦੀ ਹੈ, ਤੇ ਅਸੀਂ ਉਸ ਦੀ ਕਮੀ ਨੂੰ ਦੱਸ ਕੇ ਉਹਦੇ ਬਾਰੇ ਮੰਗ ਵੀ ਕਰ ਲੈਂਦੇ ਹਾਂ। ਜੇ ਸਾਡੇ ਪਾਸੋਂ ਕੋਈ ਗਲਤੀ ਹੋ ਗਈ ਹੁੰਦੀ ਹੈ, ਉਸ ਗਲਤੀ ਦੀ ਅਸੀਂ ਮਾਫੀ ਵੀ ਮੰਗ ਲੈਂਦੇ ਹਾਂ। ਜੇ ਅਸੀਂ ਕੋਈ ਕੰਮ ਕਰਨ ਲੱਗੇ ਹਾਂ, ਉਸ ਕੰਮ ਦੀ ਸਫਲਤਾ ਵਾਸਤੇ ਗਾਈਡੈਂਸ ਵੀ ਮੰਗਦੇ ਹਾਂ, ਸੇਧ ਮੰਗਦੇ ਹਾਂ, ਸਮਰੱਥਾ ਮੰਗਦੇ ਹਾਂ ਕਿ ਸਾਨੂੰ ਇਸ ਕੰਮ 'ਚ ਸਫਲਤਾ ਕਰਨ ਦੀ ਸਮਰੱਥਾ ਬਖਸ਼ੋ। ਅਸੀਂ ਬੇਨਤੀਆਂ ਵੀ ਕਰਦੇ ਹਾਂ। ਉਹ ਉਹਦੇ ਵਾਸਤੇ ਹੀ ਇੱਕ ਗੱਲ ਗੁਰਬਾਣੀ 'ਚ ਵੀ ਆਉਂਦੀ ਹੈ ਕਿ ਬਾਰਿਕ ਵਾਂਗੀਓ ਸਭ ਕੁਛ ਮੰਗਾ। ਪਰਮਾਤਮਾ ਸਾਡੇ ਸਭ ਜੀਵਾਂ ਦਾ ਪਿਤਾ ਹੈ, ਤੇ ਜੇ ਬੱਚਾ ਪਰਮਾਤਮਾ ਪਿਤਾ ਪਾਸੋਂ ਨਹੀਂ ਮੰਗੇਗਾ ਤਾਂ ਹੋਰ ਕਿਹਦੇ ਪਾਸੋਂ ਮੰਗੇਗਾ? ਉਹ ਮੰਗਣਾ ਹੈ ਅਸੀਂ ਪਰਮਾਤਮਾ ਪਾਸੋਂ, ਪਰ ਜ਼ਿੱਦ ਨਹੀਂ ਹੈ। ਪਰਮਾਤਮਾ ਪਿਤਾ ਨੂੰ ਪਤਾ ਹੁੰਦਾ ਹੈ ਕਿ ਬੱਚਾ ਜੋ ਚੀਜ਼ ਮੰਗ ਰਿਹਾ ਹੈ, ਉਹ ਉਹਦੇ ਭਲੇ ਵਾਸਤੇ ਹੈ ਕਿ ਨਹੀਂ ਹੈ। ਦੁਨਿਆਵੀ ਪਿਤਾ ਵੀ ਕਈ ਵਾਰੀ ਆਪਣੇ ਬੱਚੇ ਦੀ ਕੀਤੀ ਹੋਈ ਮੰਗ ਪੂਰੀ ਨਹੀਂ ਕਰਦਾ। ਕਈ ਵਾਰੀ ਉਸ ਸਮੇਂ ਪੂਰੀ ਨਹੀਂ ਕਰਦਾ, ਕੁਝ ਸਮਾਂ ਬਿਤਾ ਕੇ, ਕੁਝ ਵਕਤ ਤੋਂ ਬਾਅਦ ਪੂਰੀ ਕਰ ਦਿੰਦਾ ਹੈ। ਹੁਣ ਬੱਚਾ ਸਮਝਦਾਰ ਹੋ ਗਿਆ, ਹੁਣ ਇਹਨੂੰ ਇਹ ਚੀਜ਼ ਲੈ ਕੇ ਦੇ ਸਕਦੇ ਹਾਂ। ਪਹਿਲਾਂ ਉਮਰ ਘੱਟ ਸੀ, ਸਮਝ ਘੱਟ ਸੀ, ਤੇ ਨਹੀਂ ਲੈ ਕੇ ਦਿੱਤੀ। ਉਹ ਸਿਆਣਾ ਪਿਤਾ ਆਪਣੇ ਬੱਚੇ ਦੀ ਗੱਲ ਨੂੰ ਸੁਣਦਾ ਜ਼ਰੂਰ ਹੈ, ਪਰ ਫੈਸਲਾ ਉਸ ਬੱਚੇ ਦੇ ਭਲੇ ਨੂੰ ਧਿਆਨ 'ਚ ਰੱਖ ਕੇ ਕਰਦਾ ਹੈ। ਜ਼ਰੂਰੀ ਨਹੀਂ ਹੈ ਕਿ ਜੋ ਕੁਝ ਬੱਚਾ ਮੰਗਦਾ ਹੈ, ਉਹ ਆਪਣੇ ਭਲੇ ਵਾਸਤੇ ਹੀ ਮੰਗਦਾ ਹੈ। ਬੱਚਾ ਤਾਂ ਜਿਵੇਂ ਕਈ ਵਾਰੀ ਗਲਤ ਕੰਮ ਵੀ ਕਰਨੇ ਚਾਹੁੰਦਾ ਹੈ, ਜਿਵੇਂ ਗੁਰਬਾਣੀ 'ਚ ਹੀ ਫਰਮਾਨ ਇੱਕ ਆਉਂਦਾ ਹੈ ਕਿ ਚੰਚਲ ਮਤ ਬਾਰਿਕ ਬਪਰੇਗੀ, ਸਰਪ ਅਗਨ ਕਰ ਮੇਲਾ। ਕਰ ਦਾ ਮਤਲਬ ਹੱਥ। ਤੇ ਬੱਚਾ ਤਾਂ ਚੰਚਲ ਹੁੰਦਾ ਹੈ, ਉਹਨੂੰ ਸਮਝ ਨਹੀਂ ਹੁੰਦੀ। ਉਹ ਕਦੀ ਸੱਪ ਨੂੰ ਹੱਥ ਪਾ ਲੈਂਦਾ ਹੈ, ਕਦੀ ਅੱਗ ਵਿੱਚ ਹੱਥ ਪਾਉਣਾ ਚਾਹੁੰਦਾ ਹੈ। ਤੇ ਪਰ ਪਿਤਾ ਜਿਹੜਾ ਨੇੜੇ ਜਿਸਲੇ ਹੁੰਦਾ ਹੈ, ਤਾਂ ਉਹ ਉਹਨੂੰ ਐਸੇ ਕੰਮ ਕਰਨ ਤੋਂ ਰੋਕ ਦਿੰਦਾ ਹੈ। ਜ਼ਬਰਦਸਤੀ ਵੀ ਉਹਨੂੰ ਫੜ ਕੇ ਪਰੇ ਲੈ ਜਾਂਦਾ ਹੈ, ਤੇ ਬੱਚਾ ਰੋ ਪੈਂਦਾ ਹੈ ਕਿ ਲੈ ਮੈਨੂੰ ਤਾਂ ਮੇਰੀ ਮਰਜ਼ੀ ਹੋਈ ਨਹੀਂ, ਜੋ ਮੈਂ ਕਰਨਾ ਚਾਹੁੰਦਾ ਸੀ ਮੈਨੂੰ ਉਹਦੇ ਤੋਂ ਹਟਾ ਦਿੱਤਾ ਗਿਆ, ਤੇ ਬੱਚਾ ਰੋਂਦਾ ਹੈ। ਪਰ ਇਹ ਬੱਚੇ ਦਾ ਰੋਣਾ ਪਿਤਾ ਨੂੰ ਮਨਜ਼ੂਰ ਹੈ, ਪਰ ਬੱਚੇ ਦਾ ਸੱਪ ਨੂੰ ਹੱਥ ਪਾਉਣਾ, ਅੱਗ ਵਿੱਚ ਹੱਥ ਪਾਉਣਾ ਪਿਤਾ ਨੂੰ ਮਨਜ਼ੂਰ ਨਹੀਂ ਹੁੰਦਾ। ਉਹ ਇਹਦਾ ਇਹ ਭਾਵ ਨਹੀਂ ਹੈ ਕਿ ਪਿਤਾ ਬੱਚੇ ਨਾਲ ਕੋਈ ਵਧੀਕੀ ਕਰ ਰਿਹਾ ਹੈ, ਜਾਤੀ ਕਰ ਰਿਹਾ ਹੈ। ਨਹੀਂ, ਉਹ ਬੱਚੇ ਦਾ ਭਲਾ ਹੀ ਕਰ ਰਿਹਾ ਹੈ। ਤਾਂ ਇਵੇਂ ਹੀ ਜੇ ਸਾਡੀ ਕੋਈ ਅਰਦਾਸ ਨਹੀਂ ਮੰਨੀ ਜਾਂਦੀ, ਤਾਂ ਇਹ ਕੋਈ ਪਰਮਾਤਮਾ ਵੱਲੋਂ ਜਾਤੀ ਨਹੀਂ ਹੁੰਦੀ। ਕੋਈ ਇਹ ਨਹੀਂ ਹੁੰਦਾ ਹੈਗਾ ਵੀ ਸਾਨੂੰ ਕੀ ਲੋੜ ਹੈ ਅਰਦਾਸ ਕਰਨ ਦੀ, ਜਦੋਂ ਉਹਨੇ ਸੁਣਨੀ ਹੀ ਨਹੀਂ ਹੈ, ਮੰਨਣੀ ਹੀ ਨਹੀਂ ਹੈ। ਉਹ ਇਹ ਨਜਾਇਜ਼ ਭਾਵਨਾ ਹੈ। ਇਹ ਅਰਦਾਸ ਹੀ ਇੱਕ ਐਸਾ ਤਰੀਕਾ ਹੈ ਜੋ ਜੀਵਾਂ ਦਾ ਪਰਮਾਤਮਾ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਦਾ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸੋ ਇਸ ਲਈ ਅਰਦਾਸ ਕਰਨੀ ਜੀਵਾਂ ਦਾ ਫਰਜ਼ ਹੈ, ਹੱਕ ਵੀ ਹੈ। ਪਰ ਜੋ ਕੁਝ ਮੰਨੀ ਜਾਵੇ ਤਾਂ ਵੀ ਉਹਦਾ ਸ਼ੁਕਰ ਹੈ, ਨਾ ਮੰਨੀ ਜਾਵੇ ਤਾਂ ਵੀ ਉਹਦਾ ਸ਼ੁਕਰ ਹੈ। ਜਿਵੇਂ ਪਿਛਲੇ ਪੌੜੀ ਦੇ ਵਿੱਚ ਗੱਲ ਆਈ ਸੀਗੀ ਭਾਣੇ ਨੂੰ ਮੰਨਣ ਦੇ ਵਿੱਚ, ਉਸ ਅਵਸਥਾ 'ਚ ਰਾਜ਼ੀ ਰਹਿਣ ਦੀ, ਸੁੱਖ ਔਰ ਦੁੱਖ ਨੂੰ ਬਰਾਬਰ ਜਾਣਨ ਦੀ, ਕਿਉਂਕਿ ਦੁੱਖ ਵੀ ਦਾਰੂ ਦਾ ਕੰਮ ਕਰਦਾ ਹੈ। तो इसलिए परमात्मा सब कुछ जानता है। यही गल गुरु साहब ने अगली पंक्ति समझाई है कि जो कुछ करना सो कर रहा, क्यों? क्योंकि करे कराए सब कुछ जाना है। वो जानता है कि वो
ਸਭ ਜੀਵਾਂ ਦੇ ਭਲੇ ਵਾਸਤੇ ਕੀ ਹੈ, ਉਹ ਆਪਣੇ ਬੱਚਿਆਂ ਦੀ ਸੰਭਾਲ ਆਪ ਕਰਦਾ ਹੈ। ਉਹ ਸਭ ਨੂੰ ਵੇਖ ਰਿਹਾ ਹੈ, ਵੇਖੈ ਚੱਖ ਹੈ। ਉਹ ਸਭ ਦੀ ਸੰਭਾਲ ਉਹ ਆਪ ਕਰ ਰਿਹਾ ਹੈ, ਕਰੇ ਕਰਾਏ ਸਭ ਕੁਝ ਜਾਣੇ। ਜੋ ਕੁਝ ਉਹਨੇ ਕਰਨਾ ਹੈ, ਉਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਜੋ ਕਰਵਾਉਣਾ ਹੁੰਦਾ ਕਰਵਾ ਵੀ ਲੈਂਦਾ ਹੈ। ਔਰ ਸਭ ਕੁਝ ਉਹ ਸਭ ਦੇ ਅੰਦਰ ਦੀ ਜਾਣਦਾ ਵੀ ਹੈ, ਸਭ ਦੇ ਭਲੇ ਦੀ ਵੀ ਜਾਣਦਾ ਹੈ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਨਾਨਕ ਸ਼ਾਇਰ ਇਹ ਕਿਹਾ, ਇਹ ਗੱਲ ਨਾਨਕ ਸ਼ਾਇਰ ਇਹ ਗੱਲ ਇਹ ਬਿਆਨ ਕੀਤੀ ਹੈ, ਇਹ ਸਮਝਾਈ ਹੈ ਕਿ ਉਹ ਪਰਮਾਤਮਾ ਜਾਣੀ ਜਾਣ ਹੈ, ਅੰਤਰਜਾਮੀ ਹੈ, ਸਭ ਦੇ ਭਲੇ ਦੀ ਜਾਣਦਾ ਹੈ ਤੇ ਇਸ ਲਈ ਉਹ ਹੀ ਕੁਝ ਕਰਦਾ ਹੈ ਜੋ ਉਸਨੇ ਕਰਨਾ ਹੁੰਦਾ ਹੈ। ਉਹ ਜੀਵ ਬੱਚਿਆਂ ਵਾਂਗ ਉਹਦੇ ਪਾਸੋਂ ਸਭ ਕੁਝ ਮੰਗਦੇ ਹਨ, ਉਹਦੇ ਅੱਗੇ ਆਪਣੀਆਂ ਦਿਲ ਦੀਆਂ ਗੱਲਾਂ ਰੱਖਦੇ ਹਨ। ਬੱਚੇ ਦੀ ਗੱਲਾਂ ਸੁਣ ਕੇ ਪਿਤਾ ਨੂੰ ਬੱਚਿਆਂ ਨਾਲ ਪਿਆਰ ਆਉਂਦਾ ਹੈ, ਉਹਨਾਂ ਦੀ ਸੁਣਦਾ ਹੈ, ਸਮਝਦਾ ਹੈ, ਪਰ ਕਰਦਾ ਉਹੀ ਕੁਝ ਹੈ ਜੋ ਬੱਚਿਆਂ ਦੇ ਭਲੇ ਵਾਸਤੇ ਹੁੰਦਾ ਹੈ। ਸੋ ਇਸ ਲਈ ਆਪ ਕਰੇ ਜਿਨ ਛੋਡੀ, ਜੋ ਕੁਝ ਕਰਨਾ ਸੋ ਕਰ ਰਿਹਾ, ਜੋ ਉਹਨੇ ਕਰਨਾ ਉਹੀ ਕੁਝ ਹੁੰਦਾ ਹੈ, ਉਹੀ ਕੁਝ ਉਹ ਕਰਦਾ ਹੈ। ਕਰੇ ਕਰਾਏ ਜੋ ਕਰਨਾ ਹੈ ਉਹ ਆਪ ਕਰਦਾ ਹੈ, ਜੋ ਉਹਨੇ ਜੀਵਾਂ ਪਾਸੋਂ ਕਰਾਉਣਾ ਹੁੰਦਾ ਹੈ ਉਹ ਕਰਵਾਈ ਜਾ ਰਿਹਾ ਹੈ। ਸਭ ਕੁਝ ਜਾਣਦਾ, ਉਹ ਸਭ ਕੁਝ ਜਾਣਦਾ ਹੈ ਕਿ ਸਭ ਜੀਵਾਂ ਦੇ ਦਿਲਾਂ ਦੇ ਅੰਦਰ ਕੀ ਵਰਤ ਰਿਹਾ ਹੈ, ਇਹ ਉਹਨਾਂ ਜੀਵਾਂ ਦੇ ਭਲੇ ਵਿੱਚ ਕੀ ਹੈ, ਇਹ ਸਭ ਕੁਝ ਉਹ ਪ੍ਰਮਾਤਮਾ ਜਾਣੀ ਜਾਣ ਹੈ। ਨਾਨਕ ਸ਼ਾਇਰ ਇਹ ਕਿਹਾ, ਕਵੀ ਨਾਨਕ ਇਹ ਗੱਲ ਕਹਿ ਰਿਹਾ ਹੈ, ਬਿਆਨ ਕਰ ਰਿਹਾ ਹੈ ਪਰਮਾਤਮਾ ਦੀ ਸਿਫਤ ਜੀਵਾਂ ਨੂੰ ਸਮਝਾਉਣ ਵਾਸਤੇ। ਇਸ ਕਰਕੇ ਇਹ ਗੱਲ ਆਖੀ ਹੈ ਕਿ ਇਸ ਗੱਲ ਨੂੰ ਮੰਨ ਲਵੋ, ਸਵੀਕਾਰ ਕਰ ਲਵੋ, ਕਿਉਂਕਿ ਇਹੀ ਸੱਚ ਹੈ, ਇਹੀ ਮੰਨਣ ਯੋਗ ਹੈ। ਉਹ ਇੱਥੇ ਪੱਟੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਦੁਆ ਕਰ ਦੇਣਾ ਜੀ। ਅੱਜ ਦੀ ਵਿਚਾਰ ਨਾਲ ਸੰਬੰਧਿਤ ਕਿਸੇ ਸੱਜਣ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ, ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।